ਤੁਸੀਂ ਵੇਖ ਰਹੇ ਹੋ ਲਾਅ ਮੈਟਰਸ ਵਿਦ ਅਟਾਰਨੀ ਸਤਵੰਤ ਕੌਰ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਜੀ। ਇਸ ਪ੍ਰੋਗਰਾਮ ਦੇ ਤਹਿਤ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਦੱਸ ਸਕੀਏ ਕਿ ਕੁਝ ਸਰਗਰਮੀਆਂ ਵੈਨ ਇਟ ਕਮਸ ਟੂ ਇਮੀਗ੍ਰੇਸ਼ਨ ਚੱਲ ਰਹੀਆਂ ਹਨ, ਔਰ ਨਾਲ ਹੀ ਤੁਹਾਨੂੰ ਇਹ ਵੀ ਜਾਣਕਾਰੀ ਦਿੰਦੇ ਹਾਂ ਕਿ ਕੀ ਨਵੇਂ ਲਾਜ਼ ਨਿਕਲ ਕੇ ਸਾਹਮਣੇ ਆ ਰਹੇ ਹਨ, ਔਰ ਡੋਨਲਡ ਟਰੰਪ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਕੁਝ ਨਵੀਆਂ ਤਬਦੀਲੀਆਂ ਲਿਆਉਣ ਦੀ ਕਵਾਇਦ ਕਰ ਰਹੇ ਹਨ। ਤੇ ਅੱਜ ਜਿਹੜਾ ਅਸੀਂ ਇਮੀਗ੍ਰੇਸ਼ਨ ਦਾ ਅਹਿਮ ਮੈਂ ਕਹਾਂਗਾ ਵੀਜ਼ਾ ਹੈਗਾ, ਉਸ ਦੇ ਬਾਰੇ ਜਾਣਕਾਰੀ ਲਵਾਂਗੇ ਕਿ ਆਖਿਰਕਾਰ ਉਹ ਵੀਜ਼ਾ ਕੰਮ ਕਿਵੇਂ ਕਰਦਾ। ਸਿਆਸਤ ਦੇ ਵਿੱਚ ਯੂ ਟਰਨ ਕਦੀ ਕਵਾਰ ਸਿਆਸਤਦਾਨ ਲੈ ਲੈਂਦੇ ਹਨ, ਪਰ ਜਦ ਗੱਲ ਅਸੀਂ ਇਮੀਗ੍ਰੇਸ਼ਨ ਦੀ ਕਰਦੇ ਹਾਂ ਤਾਂ ਇਮੀਗ੍ਰੇਸ਼ਨ ਦੇ ਵਿੱਚ ਯੂ ਦਾ ਕੀ ਮਤਲਬ ਹੁੰਦਾ ਔਰ ਇਸ ਵੀਜ਼ੇ ਦਾ ਕੀ ਮਤਲਬ ਹੁੰਦਾ, ਜਿਹਨੂੰ ਕਿਹਾ ਜਾਂਦਾ ਹੈ ਯੂ ਵੀਜ਼ਾ। ਆਖਿਰਕਾਰ ਇਸ ਯੂ ਵੀਜ਼ਾ ਦੇ ਵਿੱਚ ਕੌਣ ਕੌਣ ਆਉਂਦਾ, ਕੌਣ ਇਹਨੂੰ ਕੁਆਲੀਫਾਈ ਕਰਦਾ, ਔਰ ਯੂ ਵੀਜ਼ੇ ਨੂੰ ਲੈਣ ਦੇ ਲਈ ਤੁਹਾਨੂੰ ਕਿਸ ਗੱਲ ਦੀ ਲੋੜ ਹੈਗੀ ਹੈ, ਜਾਂ ਫਿਰ ਉਹ ਕਿਤੇ ਅੰਦਰ ਆਉਂਦਾ, ਔਰ ਗ੍ਰੀਨ ਕਾਰਡ ਤੁਸੀਂ ਇਸ ਵੀਜ਼ਾ ਦੇ ਤਹਿਤ ਕਿਵੇਂ ਹਾਸਲ ਕਰ ਸਕਦੇ ਹੋ। ਤਮਾਮ ਸਵਾਲ ਰਹਿਣਗੇ, ਜਾਂ ਫਿਰ ਕੋਈ ਵੀ ਸਵਾਲ ਤੁਹਾਡਾ ਹੈਗਾ ਤਾਂ ਤੁਸੀਂ ਵੀ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਸਾਡੇ ਨਾਲ ਲਾਅ ਮੈਟਰਸ ਦੇ ਵਿੱਚ ਜੁੜਦੇ ਹਨ ਅਟਾਰਨੀ ਸਤਵੰਤ ਕੌਰ, ਉਹਨਾਂ ਦਾ ਅਸੀਂ ਇਸ ਮੰਚ ਦੇ ਉੱਤੇ ਸਵਾਗਤ ਕਰਦੇ ਹਾਂ। ਵਕੀਲ ਸਾਹਿਬ, ਹਾਊ ਵਾਜ਼ ਯੋਰ ਵੀਕਐਂਡ, ਹਾਊ ਇਜ਼ ਐਵਰੀਥਿੰਗ, ਹਾਊ ਇਜ਼ ਲਾਈਫ? ਸਤਿ ਸ਼੍ਰੀ ਅਕਾਲ। ਹਾਂਜੀ, very well, thank you so much. ਓਕੇ ਸਤਵੰਤ, ਆਈ ਵਿਲ ਡੈਫੀਨੇਟਲੀ ਵਾਂਟ ਟੂ ਨੋ, ਮੈਂ ਜਿਵੇਂ ਕਹਿ ਰਿਹਾ ਸੀਗਾ, ਇਨ ਪੋਲੀਟਿਕਸ, whether it is Punjab politics, whether it is any politics around the globe, there politicians always take a U-turn, but when it comes to immigration, what does U visa mean? So ਯੂ ਵੀਜ਼ਾ ਜਿਹੜਾ ਹੈ ਉਹ ਵੀਜ਼ਾ ਹੈ ਉਹਨਾਂ ਲੋਕਾਂ ਵਾਸਤੇ ਜੋ ਵਿਕਟਮਸ ਨੇ ਕ੍ਰਾਈਮ ਦੇ, ਜਿਨ੍ਹਾਂ ਦੇ ਨਾਲ ਯੂਨਾਈਟਿਡ ਸਟੇਟਸ ਵਿੱਚ ਕੋਈ ਸੀਰੀਅਸ ਕ੍ਰਾਈਮ ਹੋਇਆ ਹੈ ਤੇ ਉਹ ਯੂ ਵੀਜ਼ਾ ਨੂੰ ਅਪਲਾਈ ਕਰ ਸਕਦੇ ਨੇ। ਹਾਂਜੀ, ਓਕੇ, ਸੋ ਵੈਸੇ ਕਈ ਸਾਰੇ ਹੋਰ ਵੀ ਵੀਜ਼ਾਸ ਦੇ ਬਾਰੇ ਅਸੀਂ ਸੁਣਿਆ, ਪਰ ਜਿੰਨੀ ਸਾਨੂੰ ਜਾਣਕਾਰੀ ਹੈਗੀ ਹੈ ਕਿ ਯੂ ਵੀਜ਼ਾ ਕਿਸੇ ਦੇ ਨਾਲ ਰੋਬਰੀ ਹੋ ਗਈ, ਕੋਈ ਕ੍ਰਾਈਮ ਹੋ ਗਿਆ ਤਾਂ ਉਹ ਕੁਆਲੀਫਾਈ ਕਰਦਾ ਇਹਦੇ ਲਈ। ਸੋ ਆਖਿਰਕਾਰ ਮੈਂ ਚਾਹਾਂਗਾ ਕਿ ਤੁਸੀਂ ਇਸ ਬਾਰੇ ਜ਼ਰੂਰ ਸਮਝਾਓ, ਇਹ ਕਦ ਹੋਂਦ ਦੇ ਵਿੱਚ ਲਿਆਂਦਾ ਗਿਆ, ਕਿਉਂ ਲਿਆਂਦਾ ਗਿਆ, ਔਰ ਇਸ ਵੀਜ਼ੇ ਦੀ ਲੋੜ ਕਿਉਂ ਪਈ, ਔਰ ਇਹ ਤੁਸੀਂ ਕਿੰਨੇ ਕੇਸਿਸ ਲੜ ਚੁੱਕੇ ਹੋ, ਔਰ ਕਿਵੇਂ ਜਿਹੜਾ ਇਹਦੇ ਵਿੱਚ ਐਪਲੀਕੈਂਟ ਹੈ ਉਹ ਕੁਆਲੀਫਾਈ ਹੁੰਦਾ। ਓਕੇ, ਸੋ ਜਿਹੜਾ ਯੂ ਵੀਜ਼ਾ ਹੈ ਉਹ 2000 ਵਿੱਚ ਆਇਆ ਸੀ। ਜੀ 2000 ਵਿੱਚ ਇਸ ਨੂੰ ਇਸਟੈਬਲਿਸ਼ ਕੀਤਾ ਗਿਆ ਸੀ। ਜੀ ਨਾਓ ਇਹਦੀਆਂ ਰਿਕੁਆਇਰਮੈਂਟਸ ਨੇ ਯੂ ਵੀਜ਼ਾ ਦੀਆਂ, ਉਹ ਇਸ ਤਰ੍ਹਾਂ ਨੇ ਕਿ ਜੇ ਕੋਈ ਕਿਸੇ ਦੇ ਨਾਲ ਕ੍ਰਾਈਮ ਹੋਇਆ ਯੂਐਸਏ ਵਿੱਚ ਤੇ ਉਹ ਕੁਆਲੀਫਾਈ ਕਰ ਸਕਦਾ ਹੈ, ਪਰ ਸਿਰਫ ਕ੍ਰਾਈਮ ਹੋਣ ਦੇ ਨਾਲ ਕੁਆਲੀਫਾਈ ਨਹੀਂ ਕਰ ਸਕਦਾ। ਅਸੀਂ ਕਈ ਵਾਰੀ ਸੁਣਦੇ ਹਾਂ ਕਿ ਗੈਸ ਸਟੇਸ਼ਨ ਦੇ ਉੱਤੇ ਗਨ ਪੁਆਇੰਟ ਤੇ ਰੋਬਰੀ ਹੋ ਗਈ ਹੈ ਤੇ ਤੁਸੀਂ ਯੂ ਵੀਜ਼ਾ ਅਪਲਾਈ ਕਰ ਸਕਦੇ ਹੋ। ਐਬਸੋਲੂਟਲੀ, ਬਿਕਾਜ਼ ਉਹ ਇੱਕ ਜਿਹੜਾ ਕ੍ਰਾਈਮ ਹੈ ਉਹ ਕੁਆਲੀਫਾਈ ਕਰਦਾ ਹੈ। ਉਸ ਦੇ ਇਲਾਵਾ ਹੋਰ ਕਈ ਤਰ੍ਹਾਂ ਦੇ ਕ੍ਰਾਈਮਸ ਨੇ ਜਿਹੜੇ ਕੁਆਲੀਫਾਈ ਕਰਦੇ ਨੇ ਤੇ ਅਸੀਂ ਉਹਨਾਂ ਬਾਰੇ ਹਰਕੀਰਤ ਅੱਜ ਗੱਲ ਕਰਾਂਗੇ। ਪਰ ਯੂ ਵੀਜ਼ਾ ਦੀਆਂ ਫਰਸਟ ਆਪਾਂ ਹਾਈਲਾਈਟ ਕਰਾਂਗੇ ਰਿਕੁਆਇਰਮੈਂਟਸ ਕਿ ਤੁਹਾਨੂੰ ਕੀ ਚਾਹੀਦਾ। ਸੋ ਤੁਸੀਂ ਵਿਕਟਮ ਹੋਣੇ ਚਾਹੀਦੇ ਹੋ ਇੱਕ ਕ੍ਰਾਈਮ ਦੇ ਜੋ ਯੂ ਜੀ ਵੀਜ਼ਾ ਵਾਸਤੇ ਕੁਆਲੀਫਾਈ ਕਰਦਾ। ਉਸ ਤੋਂ ਬਾਅਦ ਉਹ ਜਿਹੜਾ ਕ੍ਰਾਈਮ ਹੈ ਤੁਸੀਂ ਉਸ ਕ੍ਰਾਈਮ ਵਾਸਤੇ ਹੈਲਪ ਕੀਤੀ ਹੈ ਲਾਅ ਇਨਫੋਰਸਮੈਂਟ ਦੀ, ਉਸ ਕ੍ਰਿਮੀਨਲ ਨੂੰ ਫੜਨ ਵਿੱਚ ਜਾਂ ਕ੍ਰਿਮੀਨਲ ਐਕਟੀਵਿਟੀ ਨੂੰ ਪ੍ਰੋਸੀਕਿਊਟ ਕਰਵਾਉਣ ਵਿੱਚ। ਉਸ ਤੋਂ ਇਲਾਵਾ ਕੋਈ ਸਬਸਟੈਂਸ਼ੀਅਲ ਫਿਜ਼ੀਕਲ ਜਾਂ ਮੈਂਟਲ ਹਾਰਮ ਹੋਣਾ ਚਾਹੀਦਾ ਤੁਹਾਨੂੰ ਉਸ ਕ੍ਰਾਈਮ ਦੇ ਥਰੂ। ਉਸ ਤੋਂ ਬਾਅਦ ਤੁਹਾਡੀ ਐਡਮਿਸਿਬਿਲਿਟੀ ਜਿਹੜੀ ਰਿਕੁਆਇਰਮੈਂਟ ਹੈ ਉਹ ਬਹੁਤ ਜ਼ਰੂਰੀ ਹੈ, ਜਿੱਦਾਂ ਕਿ ਹਰ ਵੀਜ਼ਾ ਵਾਸਤੇ ਜ਼ਰੂਰੀ ਹੈ। ਤੇ ਮੈਂ ਪਹਿਲਾਂ ਵੀ ਇਸ ਚੀਜ਼ ਬਾਰੇ ਗੱਲ ਕੀਤੀ ਹੈ ਕਿ ਕੀ ਤੁਹਾਡੀ ਐਂਟਰੀ ਲੀਗਲ ਹੈ, ਕੀ ਤੁਹਾਡੀ ਐਂਟਰੀ ਇਲੀਗਲ ਹੈ, ਕੀ ਤੁਸੀਂ ਕਿਸੇ ਵੇਵਰ ਵਾਸਤੇ ਕੁਆਲੀਫਾਈ ਕਰ ਸਕਦੇ ਹੋ। ਇਹ ਸਾਰੀਆਂ ਰਿਕੁਆਇਰਮੈਂਟਸ ਨੇ ਯੂ ਵੀਜ਼ਾ ਵਾਸਤੇ। ਤੇ ਕੁਝ ਕ੍ਰਾਈਮਸ ਜਿਨ੍ਹਾਂ ਨੂੰ ਆਪਾਂ ਕੁਆਲੀਫਾਈ ਕਰਵਾ ਸਕਦੇ ਹਾਂ, ਕਹਿੰਦੇ ਨੇ ਕਿ ਕਿਹੜੇ ਕ੍ਰਾਈਮਸ ਨੇ ਜਿਨ੍ਹਾਂ ਕਰਕੇ ਸਾਨੂੰ ਯੂ ਵੀਜ਼ਾ ਮਿਲ ਸਕਦਾ ਹੈ। ਉਹਨਾਂ ਕੋਲ ਇੱਕ ਲਿਸਟ ਆਫ ਕ੍ਰਾਈਮਸ ਹੈ, ਕਾਫੀ ਵੱਡੀ ਲਿਸਟ ਹੈ। ਤੇ ਉੱਪਰ ਜਿਹੜੇ ਮੋਸਟਲੀ ਸਾਨੂੰ ਕ੍ਰਾਈਮਸ ਦੇਖਣ ਨੂੰ ਮਿਲਦੇ ਨੇ ਉਹ ਹੈਗਾ ਡੋਮੈਸਟਿਕ ਵਾਇਲੈਂਸ। ਸੋ ਜੇ ਤੁਹਾਡੇ ਨਾਲ ਡੋਮੈਸਟਿਕ ਵਾਇਲੈਂਸ ਹੋਇਆ ਤੇ ਤੁਸੀਂ ਆਪਣੇ ਹਸਬੈਂਡ ਜਾਂ ਵਾਈਫ ਦੇ ਖਿਲਾਫ ਜਾਂ ਜਿਨ੍ਹਾਂ ਨੇ ਵੀ ਤੁਹਾਡੇ ਫੈਮਿਲੀ ਮੈਂਬਰਸ ਵਿੱਚ ਤੁਹਾਡੇ ਨਾਲ ਡੋਮੈਸਟਿਕ ਵਾਇਲੈਂਸ ਕੀਤਾ ਤੇ ਤੁਸੀਂ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਤੇ ਉਹਨਾਂ ਨੂੰ ਪ੍ਰੋਸੀਕਿਊਟ ਕਰਵਾਇਆ, ਐਕਚੁਅਲੀ ਲਾਅ ਇਨਫੋਰਸਮੈਂਟ ਦੇ ਕੋਲ ਗਏ ਹੋ ਤੇ ਤੁਸੀਂ ਉਸ ਤੇ ਐਕਸ਼ਨ ਲਿਆ, ਫਿਰ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਯੂ ਵੀਜ਼ਾ ਵਾਸਤੇ। ਉਸ ਤੋਂ ਬਾਅਦ ਫੈਲੋਨੀਅਸ ਅਸੋਲਟਸ ਹੋ ਗਈਆਂ, ਇਨਵੋਲੰਟਰੀ ਸਰਵਿਟਿਊਡ ਜਿਹੜਾ ਕਿ ਕਾਫੀ ਲੋਕਾਂ ਨੂੰ ਨਹੀਂ ਪਤਾ ਹੈ। ਜੇ ਤੁਸੀਂ ਕਿਸੇ ਦੇ ਕੋਲ ਕੰਮ ਕਰਦੇ ਹੋ, ਤੁਸੀਂ ਇਲੀਗਲ ਤਰੀਕੇ ਨਾਲ ਆਏ ਹੋ ਜਾਂ ਲੀਗਲ ਤਰੀਕੇ ਦੇ ਨਾਲ ਆਏ ਹੋ, ਤੇ ਤੁਸੀਂ ਕਿਸੇ ਕੋਲ ਕੰਮ ਕਰ ਰਹੇ ਹੋ ਕਿਉਂਕਿ ਤੁਹਾਡੇ ਕੋਲ ਡਾਕੂਮੈਂਟਸ ਨਹੀਂ ਹੈ ਤੇ ਉਹ ਤੁਹਾਨੂੰ ਪੇ ਨਹੀਂ ਕਰਦੇ,
ਉਸ ਕੰਮ ਦੀ, ਤੁਹਾਨੂੰ ਮੁਆਵਜ਼ਾ ਨਹੀਂ ਦਿੰਦੇ ਤੇ ਉਲਟਾ ਤੁਹਾਨੂੰ ਕਹਿੰਦੇ ਨੇ ਕਿ ਜੇ ਤੁਸੀਂ ਕੰਮ ਛੱਡੋਗੇ ਜਾਂ ਕੰਮ ਨਹੀਂ ਕਰੋਗੇ ਤੇ ਅਸੀਂ ਤੁਹਾਨੂੰ ਡਿਪੋਰਟ ਕਰਵਾ ਦਾਂਗੇ ਕਿਉਂਕਿ ਤੁਸੀਂ ਇਲੀਗਲ ਹੋ, ਜੀ ਤੁਸੀਂ ਤਾਂ ਵੀ ਯੂ ਵੀਜ਼ਾ ਵਾਸਤੇ ਕੁਆਲੀਫਾਈ ਕਰ ਸਕਦੇ ਹੋ, ਕਿਉਂਕਿ ਜੀ ਜੇ ਤੁਸੀਂ ਉਹਨਾਂ ਦੀ ਕੰਪਲੇਂਟ ਕਰੋਗੇ, ਤੁਸੀਂ ਗਵਰਨਮੈਂਟ ਦੀ ਹੈਲਪ ਕਰੋਗੇ ਤਾਂ ਵੀ ਕਰ ਸਕਦੇ ਹੋ। ਉਸ ਤੋਂ ਬਾਅਦ ਐਕਸਟੋਰਸ਼ਨ, ਕਿਡਨੈਪਿੰਗ, ਰੇਪ, ਹੋਰ ਸੈਕਸ਼ੂਅਲ ਅਸੋਲਟ ਕ੍ਰਾਈਮਸ ਹੋ ਗਏ ਜਾਂ ਕੰਸਪੀਰੇਸੀ ਹੋ ਗਈ ਜਾਂ ਸੋਲਿਸਿਟੇਸ਼ਨ, ਐਂਡ देयर आर ਲਿਸਟ ਆਫ ਕ੍ਰਾਈਮਸ, ਰਿਲੇਟਡ ਕ੍ਰਾਈਮ ਜਿਨ੍ਹਾਂ ਨੂੰ ਲੈ ਕੇ ਤੁਸੀਂ ਕੁਆਲੀਫਾਈ ਸੋ ਕਰ ਜਿਵੇਂ ਤੁਸੀਂ ਸਕਦੇ ਹੋ। ਕਿਹਾ ਸਤਵੰਤ ਕਿ ਜਿਹੜਾ ਕੁਆਲੀਫਾਈ ਕਰਦਾ ਇਹਦੇ ਵਿੱਚ ਐਪਲੀਕੈਂਟ, ਉਸ ਲਿਹਾਜ਼ ਨਾਲ ਕੁਝ ਵੀ ਹੋ ਸਕਦਾ, ਤੁਸੀਂ ਗਵਰਨਮੈਂਟ ਦੀ ਹੈਲਪ ਕਰਦੇ ਹੋ। ਤੁਸੀਂ ਕਿਹਾ ਕਿ ਭਾਵੇਂ ਉਹ ਅਨਡਾਕੂਮੈਂਟਡ ਹੈਗਾ, ਉਹਦੇ ਕੋਲ ਡਾਕੂਮੈਂਟਸ ਨਹੀਂ ਵੀ ਹੈਗੇ, ਤਾਂ ਉਹ ਵੀ ਕੁਆਲੀਫਾਈ ਕਰਦਾ ਇਹਦੇ ਵਿੱਚ। ਸੋ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ, ਕਈ ਸਾਡੇ ਭਰਾ ਕਾਫੀ ਲੰਬੇ ਸਮੇਂ ਤੋਂ ਮਸ਼ੱਕਤ ਕਰ ਰਹੇ ਨੇ ਆਪਣੇ ਪੇਪਰਸ ਬਣਵਾਉਣ ਦੀ, ਔਰ ਕਿਸੇ ਕਾਰਨ ਉਹ ਪੇਪਰਸ ਨਹੀਂ ਬਣਵਾ ਸਕੇ ਜਾਂ ਫਿਰ ਉਹ ਕੁਆਲੀਫਾਈ ਨਹੀਂ ਹੋ ਸਕੇ ਦੂਸਰੀ ਕੈਟੇਗਰੀਜ਼ ਦੇ ਵਿੱਚ, ਪਰ ਉਹ ਅੱਜ ਵੀ ਕਿਤੇ ਨਾ ਕਿਤੇ ਜੌਬ ਕਰ ਰਹੇ ਨੇ, ਔਰ ਉਹ ਉਸ ਡਰ ਦੇ ਉਸ ਡਰ ਦੇ ਵਿੱਚ ਨੇ ਕਿ ਜੇਕਰ ਮੈਂ ਇੱਥੋਂ ਦੀ ਜੌਬ ਛੱਡ ਦੇਣਾ ਤਾਂ ਮੇਰਾ ਬੌਸ ਜਿਹੜਾ ਹੈਗਾ ਮੇਰੀ ਸ਼ਿਕਾਇਤ ਕਰ ਦੇਗਾ, ਜਾਂ ਫਿਰ ਕਈ ਸਾਰੀ ਹਰਾਸਮੈਂਟ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ। ਭਾਵੇਂ ਉਹ ਕੈਸ਼ ਦੀ ਜੌਬ ਕਰਦੇ ਹਨ, ਭਾਵੇਂ ਉਹ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ, ਪਰ ਉਹ ਡਰੇ ਪਏ ਨੇ ਕਿ ਮੈਂ ਜੌਬ ਇੱਥੋਂ ਦੀ ਛੱਡਾਂਗਾ ਸੋ ਡੈਫੀਨੇਟਲੀ ਇਹ ਮੈਨੂੰ ਡਿਪੋਰਟ ਕਰਾ ਦੇਗਾ। ਕਿ ਉਹ ਵੀ ਕੁਆਲੀਫਾਈ ਕਰਦੇ ਹਨ, ਕਿ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ? ਬਿਲਕੁਲ, ਮੈਂ ਜਿੱਦਾਂ ਕਿ ਤੁਹਾਨੂੰ ਪਹਿਲਾਂ ਦੱਸਿਆ, ਬਿਲਕੁਲ ਉਹ ਕੁਆਲੀਫਾਈ ਕਰਦੇ ਨੇ। ਸੋ ਅਗਰ ਉਹ ਆਪਣੇ ਇੰਪਲੋਇਰ ਦੇ ਖਿਲਾਫ ਐਕਸ਼ਨ ਲੈਂਦੇ ਨੇ ਤੇ ਹੋ ਸਕਦਾ ਕਿ ਉਹ ਇਕੱਲੇ ਨਹੀਂ ਹੈ ਜੋ ਇਸ ਚੀਜ਼ ਦਾ ਸਾਹਮਣਾ ਕਰ ਰਹੇ ਨੇ, ਤੇ ਉਹਨਾਂ ਦੇ ਕੰਮ ਦੇ ਉੱਤੇ ਹੋਰ ਵੀ ਲੋਕ ਨੇ ਜੋ ਇਸ ਚੀਜ਼ ਦਾ ਸਾਹਮਣਾ ਕਰ ਰਹੇ ਨੇ। ਪਹਿਲੀ ਗੱਲ ਤੇ ਉਹਨਾਂ ਨੇ ਇਲੀਗਲ, ਉਹਨਾਂ ਦੀ ਕੋਲ ਜੇ ਇੰਪਲੋਇਮੈਂਟ ਆਥੋਰਾਈਜ਼ੇਸ਼ਨ ਨਹੀਂ ਹੈ ਤੇ ਉਹ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਪੇਮੈਂਟ ਨਹੀਂ ਦਿੱਤੀ ਜਾ ਰਹੀ, ਦੈਟਸ ਇਲੀਗਲ, ਦੇ ਕੈਨ ਨਾਟ ਡੂ ਦੈਟ। ਤੇ ਜੇ ਉਹਨਾਂ ਦੇ ਨਾਲ ਇਦਾਂ ਹੋ ਰਿਹਾ ਤੇ ਫਿਰ ਉਹਨਾਂ ਨੂੰ ਉੱਤੋਂ ਧਮਕੀ ਦਿੱਤੀ ਜਾ ਰਹੀ ਹੈ ਕਿ ਤੂੰ ਕੰਮ ਨਹੀਂ ਕਰੇਗਾ ਜਾਂ ਕੰਮ ਛੱਡ ਦੇਗਾ ਤੇ ਮੈਂ ਤੈਨੂੰ ਰਿਪੋਰਟ ਕਰਵਾ ਦਾਂਗਾ, ਤੇ ਤੁਸੀਂ ਕੁਆਲੀਫਾਈ ਕਰਦੇ ਹੋ। ਪਰ ਸਿਰਫ ਇੰਨੀ ਚੀਜ਼ ਹੋਣ ਦੇ ਨਾਲ ਤੁਸੀਂ ਕੁਆਲੀਫਾਈ ਨਹੀਂ ਕਰਨੇ, ਤੁਹਾਨੂੰ ਐਕਸ਼ਨ ਲੈਣਾ ਪਏਗਾ, ਤੁਹਾਨੂੰ ਲਾਅ ਇਨਫੋਰਸਮੈਂਟ ਦੀ ਹੈਲਪ ਲੈਣੀ ਪਏਗੀ ਇਹਦੇ ਵਾਸਤੇ। ਸੋ ਲੇਕਿਨ ਲਾਅ ਇਨਫੋਰਸਮੈਂਟ ਦੀ ਹੈਲਪ ਲੈਂਦੇ ਹਾਂ ਸਤਵੰਤ, ਤਾਂ ਫਿਰ ਤਾਂ ਇਹ ਲੱਗਦਾ ਕਿ ਅਸੀਂ ਆਪਣੇ ਹੀ ਆਪ ਨੂੰ ਦੱਸ ਰਹੇ ਹਾਂ ਉਹਨਾਂ ਨੂੰ ਜਾ ਕੇ ਕਿ ਸਾਡੇ ਕੋਲ ਪੇਪਰ ਨਹੀਂ ਹੈਗੇ। ਸੋ ਤੁਹਾਨੂੰ ਅਰੈਸਟ ਨਹੀਂ ਕੀਤਾ ਜਾਂਦਾ। ਜੇ ਤੁਹਾਡੇ ਨਾਲ ਕ੍ਰਾਈਮ ਹੋ ਰਿਹਾ ਦਾ ਮਤਲਬ ਆ ਨਹੀਂ ਹੈ ਕਿ ਤੁਹਾਡੇ ਕੋਲ ਪੇਪਰ ਨਹੀਂ ਹੈ ਤੇ ਤੁਸੀਂ ਗਵਰਨਮੈਂਟ ਨੂੰ ਹੈਲਪ ਨਹੀਂ ਮੰਗ ਸਕਦੇ। ਤੁਸੀਂ ਠੀਕ ਹੈ। ਬੇਸ਼ੱਕ ਜੇ ਇਲੀਗਲ ਹੋ ਇੱਥੇ ਤੇ ਤੁਸੀਂ ਤਾਂ ਵੀ ਪੁਲਿਸ ਦੇ ਕੋਲ ਜਾ ਸਕਦੇ ਹੋ। ਐਂਡ ਆਈ ਥਿੰਕ ਕਾਫੀ ਸਾਡੀ ਕਮਿਊਨਿਟੀ 'ਚ ਪ੍ਰੋਬਲਮ ਆਏ ਕਿ ਲੋਕ ਸਮਝਦੇ ਨੇ ਕਿ ਅਸੀਂ ਜੇ ਇਲੀਗਲ ਆ, ਸਾਡੇ ਕੋਲ ਡਾਕੂਮੈਂਟਸ ਨਹੀਂ ਹੈ ਤੇ ਅਸੀਂ ਆਪਣੀ ਹੈਲਪ ਵੀ ਨਹੀਂ ਮੰਗ ਸਕਦੇ ਗਵਰਨਮੈਂਟ ਕੋਲ। ਇੱਥੋਂ ਪੁਲਿਸ ਕੋਲ ਜਾਵਾਂਗੇ ਤੇ ਸਾਨੂੰ ਅਰੈਸਟ ਕਰ ਲੈਣਗੇ। ਨਹੀਂ ਜੀ, ਉਹ ਇਸ ਤਰ੍ਹਾਂ ਨਹੀਂ ਕਰਦੇ। ਉਹ ਤੁਹਾਡੀ ਗੱਲ ਸੁਣਨਗੇ, ਤੁਹਾਡੀ ਰਿਪੋਰਟ ਲਿਖਣਗੇ ਬਕਾਇਦਾ। ਰਾਈਟ। ਸੋ ਮੈਂ ਹਾਂਜੀ। ਦਰਸ਼ਕਾਂ ਨੂੰ ਇਹੀ ਦੱਸਣਾ ਚਾਹਾਂਗਾ, ਅਗਰ ਤੁਸੀਂ ਇਸ ਕੈਟੇਗਰੀ ਨੂੰ ਸਮਝ ਪਾ ਰਹੇ ਹੋ ਜਾਂ ਫਿਰ ਤੁਸੀਂ ਕੁਆਲੀਫਾਈ ਤੁਹਾਨੂੰ ਲੱਗਦਾ ਕਿ ਕਰ ਪਾਓਗੇ, ਤਾਂ ਤੁਸੀਂ ਜਿਹੜਾ ਨੰਬਰ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ, ਤੁਸੀਂ ਅਟਰਨੀ ਸਤਵੰਤ ਕੌਰ ਨਾਲ ਆਪਣੀ ਫ੍ਰੀ ਪਰਸਨਲ ਕੰਸਲਟੇਸ਼ਨ ਦੇ ਲਈ ਓਵਰ ਅਮਰੀਕਾ ਦੇ ਵਿੱਚ ਜਿੱਥੇ ਕਿਤੇ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ, ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ, ਉਹਨਾਂ ਨੂੰ ਜਾਣਕਾਰੀ ਦੇ ਸਕਦੇ ਹੋ। ਜੋ ਵੀ ਡਾਕੂਮੈਂਟਸ ਦੀ ਰਿਕੁਆਇਰਮੈਂਟ ਹੈ, ਸਤਵੰਤ ਜ਼ਰੂਰ ਤੁਹਾਨੂੰ ਫੋਨ ਦੇ ਉੱਤੇ ਹੀ ਤੁਹਾਡੇ ਨਾਲ ਰਾਬਤਾ ਕਰ ਲੈਣਗੇ। ਇਹਨਾਂ ਦਾ ਵੈਸੇ ਨਿਊਯਾਰਕ ਦੇ ਵਿੱਚ ਆਫਿਸ ਵੀ ਹੈਗਾ, ਕਾਰਪੋਰੇਟ ਆਫਿਸ, ਪਰ ਇਹ ਆਲ ਓਵਰ ਅਮਰੀਕਾ ਦੇ ਵਿੱਚ ਆਪਣੀ ਸਰਵਿਸਿਜ਼ ਦਿੰਦੀਆਂ ਹਨ। ਇਹਨਾਂ ਦਾ ਪੂਰਾ ਲਾਅ ਆਫਿਸ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਿਹਾ। ਕਈ ਸਾਰੇ ਕੇਸਿਸ ਜਿਹੜੇ ਨੇ ਉਹ ਹੈਂਡਲ ਕਰ ਚੁੱਕੇ ਨੇ, ਜਿਹੜੇ ਕੰਪਲਿਕੇਟਡ ਕੇਸਿਸ ਨੇ ਉਹਨਾਂ ਦੇ ਮਾਹਿਰ ਹਨ, ਔਰ ਲੰਬੇ ਸਮੇਂ ਤੋਂ ਕਮਿਊਨਿਟੀ ਦੀ ਪ੍ਰੋਬਲਮ ਨੂੰ ਸਮਝਦੇ ਵੀ ਹਨ। ਸਤਵੰਤ, ਯੂ ਵੀਜ਼ਾ ਦੀ ਰਿਕੁਆਇਰਮੈਂਟ ਕੀ ਹੈ? ਸੋ ਯੂ ਵੀਜ਼ਾ ਦੀਆਂ ਰਿਕੁਆਇਰਮੈਂਟਸ ਅਸੀਂ ਪਹਿਲਾਂ ਡਿਸਕਸ ਕੀਤੀਆਂ, ਉਹਨਾਂ ਨੂੰ ਆਪਾਂ ਥੋੜਾ ਜਿਹਾ ਇਲੈਬੋਰੇਟ ਕਰਾਂਗੇ ਉਹਨਾਂ ਦੇ ਉੱਤੇ। ਜਿੱਦਾਂ ਕਿ ਅਸੀਂ ਡਿਸਕਸ ਕੀਤਾ ਕਿ ਕਿਹੜੇ ਲੋਕ ਨੇ ਜਿਹੜੇ ਕੁਆਲੀਫਾਈ ਕਰਦੇ ਨੇ, ਕ੍ਰਾਈਮਸ ਕੀ ਨੇ, ਅਸੀਂ ਉਹ ਡਿਸਕਸ ਕੀਤਾ। ਹੁਣ ਜਿਹੜੇ ਵਿਕਟਮਸ ਨੇ, ਕਿ ਕਿਸ ਤਰ੍ਹਾਂ ਦੇ ਲੋਕ ਨੇ ਜਿਹੜੇ ਯੂ ਵੀਜ਼ਾ ਵਾਸਤੇ ਅਪਲਾਈ ਕਰ ਸਕਦੇ ਨੇ। ਜੀ ਸੋ ਕੁਝ ਤੇ ਹੁੰਦੇ ਨੇ ਡਾਇਰੈਕਟ ਵਿਕਟਮ ਤੇ ਕੁਝ ਹੈਗੇ ਨੇ ਇਨਡਾਇਰੈਕਟ ਵਿਕਟਮਸ। ਰਾਈਟ। ਡਾਇਰੈਕਟ ਵਿਕਟਮਸ ਉਹ ਨੇ ਜਿਨ੍ਹਾਂ ਦੇ ਨਾਲ ਕ੍ਰਾਈਮ ਹੋਇਆ, ਅਸਲ ਵਿੱਚ ਜਿਨ੍ਹਾਂ ਨੇ ਸਫਰ ਕੀਤਾ, ਜੀ ਐਕਚੁਅਲ ਵਿੱਚ ਕ੍ਰਿਮੀਨਲ ਐਕਟੀਵਿਟੀ ਉਹਨਾਂ ਦੇ ਨਾਲ ਹੋਈ ਹੈ। ਜੀ ਤੇ ਫਿਰ ਇਨਡਾਇਰੈਕਟ ਵਿਕਟਮਸ ਉਹ ਨੇ, ਉਹਨਾਂ ਦੇ ਫੈਮਿਲੀ ਮੈਂਬਰਸ, ਉਹਨਾਂ ਦੇ ਸਪਾਊਸਿਸ ਹੋ ਗਏ, ਉਹ ਕਰ ਸਕਦੇ ਨੇ। ਅਗਰ ਤੁਹਾਡੇ ਹਸਬੈਂਡ ਜਾਂ ਵਾਈਫ ਦੇ ਨਾਲ ਕੋਈ ਕ੍ਰਾਈਮ ਹੋਇਆ ਤੇ ਉਹ ਅਪਲਾਈ ਕਰ ਰਹੇ ਨੇ, ਤੁਸੀਂ ਵੀ ਨਾਲ ਅਪਲਾਈ ਕਰ ਸਕਦੇ ਹੋ, ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਐਜ਼ ਅ ਪੇਰੈਂਟ ਤੁਸੀਂ ਅਪਲਾਈ ਕਰ ਸਕਦੇ ਹੋ। ਅਗਰ ਤੁਹਾਡਾ ਬੱਚਾ ਛੋਟਾ ਹੈ ਤੇ ਉਸ ਦੇ ਨਾਲ ਕ੍ਰਾਈਮ ਹੋਇਆ ਤੇ ਪੇਰੈਂਟਸ ਉਸ ਬੱਚੇ ਦੇ ਬੇਸ ਤੇ ਯੂ ਵੀਜ਼ਾ ਅਪਲਾਈ ਕਰ ਸਕਦੇ ਨੇ। ਅਗਰ ਜੋ ਭੈਣ ਭਰਾ ਨੇ, ਅਗਰ ਤੁਹਾਡੇ ਭੈਣ ਭਰਾ ਦੇ ਨਾਲ, ਜੋ ਕਿ ਛੋਟੀ ਉਮਰ ਦਾ ਭੈਣ ਭਰਾ ਹੈ ਤੇ ਉਹਦੇ ਨਾਲ ਕੁਛ ਇਸ ਤਰ੍ਹਾਂ ਦਾ ਹੋਇਆ ਤੇ ਤੁਸੀਂ ਵੀ ਯੂ ਵੀਜ਼ਾ ਲੈ ਸਕਦੇ ਹੋ। ਤੁਹਾਡਾ ਜਿਹੜਾ ਬੱਚਾ ਹੈ ਉਹ ਅਗਰ ਪੈਰੈਂਟ ਦੇ ਨਾਲ ਕੁਛ ਹੋਇਆ, ਫੋਰ ਇੰਸਟੈਂਸ ਅਗਰ ਪੈਰੈਂਟ ਦੇ ਨਾਲ
ਕ੍ਰਾਈਮ ਹੋਇਆ ਤੇ ਵਾਈਫ ਵੀ ਕਰ ਸਕਦੀ ਹੈ ਤੇ ਅੰਡਰ ਏਜ ਬੱਚੇ ਵੀ ਕਰ ਸਕਦੇ ਨੇ, ਅੰਡਰ ਦ ਏਜ ਆਫ 21 ਇਅਰਸ ਓਲਡ ਬੱਚੇ ਉਹ ਵੀ ਕੁਆਲੀਫਾਈ ਕਰਦੇ ਨੇ ਇਸ ਚੀਜ਼ ਵਾਸਤੇ। ਬਹੁਤ ਸਾਰੀਆਂ ਗੱਲਾਂ ਇਹ ਵੀ ਸਾਹਮਣੇ ਨਿਕਲ ਕੇ ਆਉਂਦੀਆਂ ਹਨ ਸਤਵੰਤ, ਕਿ ਕ੍ਰਾਈਮ ਦੀ ਅਗਰ ਅਸੀਂ ਪਰਿਭਾਸ਼ਾ ਨੂੰ ਸਮਝੀਏ, ਸੋ ਕਿਸ ਤਰੀਕੇ ਦੀ ਕ੍ਰਾਈਮ ਦੀ ਗੱਲ ਅਸੀਂ ਇੱਥੇ ਕਰ ਰਹੇ ਹਾਂ? So we're talking about serious crimes. ਰਾਈਟ। ਜਿਹੜੇ ਤੁਹਾਡੇ ਨਾਲ ਹੁੰਦੇ ਨੇ. These are crimes that assault, battery, kidnapping, sexual assaults. There are multiple crimes that we're talking about and related crimes. Um, but again, as I said, you have to help the government. ਕਿ ਜਿਹੜੀ law enforcement ਹੈ ਉਹਨਾਂ ਦੀ ਅਗਰ ਤੁਸੀਂ ਮਦਦ ਕਰਦੇ ਹੋ ਤੇ ਫਿਰ ਹੀ ਤੁਸੀਂ ਯੂ ਵੀਜ਼ਾ ਵਾਸਤੇ ਕੁਆਲੀਫਾਈ ਕਰ ਸਕਦੇ ਹੋ। ਫੋਰ ਇੰਸਟੈਂਸ, ਅਗਰ ਤੁਸੀਂ ਜਿਹੜਾ ਤੁਹਾਡਾ ਡਿਸਟ੍ਰਿਕਟ ਅਟਰਨੀ ਹੈ, ਅਗਰ ਉਹਨਾਂ ਨੇ ਅਰੈਸਟ ਕੀਤਾ ਕਿਸੇ ਨੂੰ ਤੇ ਉਹ ਪ੍ਰੋਸੀਕਿਊਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਸੇ ਨੂੰ, ਤੇ ਤੁਸੀਂ ਡਿਸਟ੍ਰਿਕਟ ਅਟਰਨੀ ਦੀ ਮਦਦ ਕਰਦੇ ਹੋ, ਗਵਾਹੀ ਦਿੰਦੇ ਹੋ, ਤੇ ਫਿਰ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਉਸ ਤੋਂ ਇਲਾਵਾ ਜੇ ਤੁਸੀਂ ਪੁਲਿਸ ਨੂੰ ਰਿਪੋਰਟ ਕੀਤਾ ਕ੍ਰਾਈਮ ਤੇ ਉਸ ਤੋਂ ਬਾਅਦ ਉਹ ਇਸ ਚੀਜ਼ ਦੀ ਇਨਵੈਸਟੀਗੇਟ ਕਰ ਰਹੇ ਨੇ ਤੇ ਤੁਸੀਂ ਉਹਨਾਂ ਦੀ ਹੈਲਪ ਕਰ ਰਹੇ ਹੋ ਇਨਵੈਸਟੀਗੇਟ ਕਰਨ 'ਚ। ਜਿਹੜਾ ਪੁਲਿਸ ਡਿਟੈਕਟਿਵ ਹੈ ਉਹਦੇ ਕੋਲ ਜਾ ਰਹੇ ਹੋ, ਉਹ ਤੁਹਾਡੇ ਕੋਲ ਕੁਛ ਪੁੱਛ ਰਿਹਾ, ਤੁਸੀਂ ਦੱਸ ਰਹੇ ਹੋ, ਕ੍ਰਿਮੀਨਲ ਦੀ ਮੇਬੀ ਸਕੈਚ ਬਣਵਾ ਰਹੇ ਹੋ ਤੁਸੀਂ, ਜਾਂ ਉਹਨਾਂ ਨੇ ਹੋਰ ਇਨਵੈਸਟੀਗੇਸ਼ਨ ਕਰ ਰਹੇ ਨੇ, ਤੁਹਾਨੂੰ ਫੋਨ ਕਾਲਸ ਕਰ ਰਹੇ ਨੇ, ਤੁਹਾਨੂੰ ਬੁਲਾ ਰਹੇ ਨੇ ਤੇ ਤੁਸੀਂ ਜਾ ਰਹੇ ਹੋ ਉਹਨਾਂ ਦੀ ਮਦਦ ਕਰ ਰਹੇ ਹੋ। ਇਸ ਤਰ੍ਹਾਂ ਤੁਸੀਂ ਕੁਆਲੀਫਾਈ ਕਰਦੇ ਹੋ। ਇਹਦੇ ਨਾਲ ਕੀ ਹੁੰਦਾ ਕਿ ਜਦੋਂ ਤੁਸੀਂ ਲਾਅ ਇਨਫੋਰਸਮੈਂਟ ਦੀ ਹੈਲਪ ਕਰਦੇ ਹੋ ਤੁਹਾਨੂੰ ਯੂ ਵੀਜ਼ਾ ਵਾਸਤੇ ਇੱਕ ਸਰਟੀਫਿਕੇਸ਼ਨ ਚਾਹੀਦੀ ਹੁੰਦੀ ਹੈ ਜੀ। ਉਹ ਫਾਰਮ ਹੈਗਾ I-918 ਸਪਲੀਮੈਂਟ B, ਜੋ ਕਿ ਤੁਸੀਂ ਸਾਈਨ ਕਰਵਾਉਣਾ ਹੁੰਦਾ ਲਾਅ ਇਨਫੋਰਸਮੈਂਟ ਕੋਲੋਂ, ਚਾਹੇ ਉਹ ਡਿਸਟ੍ਰਿਕਟ ਅਟਰਨੀ ਹੋਏ ਚਾਹੇ ਉਹ ਡਿਟੈਕਟਿਵ ਹੋਵੇ, ਜੋ ਤੁਹਾਨੂੰ ਸਰਟੀਫਾਈ ਕਰਕੇ ਦਿੰਦਾ ਕਿ ਤੁਸੀਂ ਜਾਂ ਤੇ ਉਹਨਾਂ ਦੀ ਮਦਦ ਕੀਤੀ ਸੀ, ਜਾਂ ਤੁਸੀਂ ਉਹਨਾਂ ਦੀ ਮਦਦ ਕਰ ਰਹੇ ਹੋ, ਤੇ ਜਾਂ ਉਹਨਾਂ ਦੀ ਫਿਊਚਰ 'ਚ ਮਦਦ ਕਰ ਸਕਦੇ ਹੋ ਇੱਕ ਕ੍ਰਿਮੀਨਲ ਐਕਟੀਵਿਟੀ ਨੂੰ ਇਨਵੈਸਟੀਗੇਟ ਕਰਨ 'ਚ ਜਾਂ ਪ੍ਰੋਸੀਕਿਊਟ ਕਰਨ ਵਿੱਚ, ਤੇ ਫਿਰ ਤੁਸੀਂ ਵੀਜ਼ਾ ਵਾਸਤੇ ਕੁਆਲੀਫਾਈ ਕਰ ਸਕਦੇ ਹੋ। ਬਿਲਕੁਲ। 7186750700 ਦੇ ਉੱਤੇ ਕਾਲ ਕਰਕੇ ਤੁਸੀਂ ਬਕਾਇਦਾ ਆਪਣੀ ਅਪਾਇੰਟਮੈਂਟ ਹੁਣੇ ਹੀ ਬਣਾਓ। 10 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਇਹਨਾਂ ਦਾ ਆਫਿਸ ਜਿਹੜਾ ਹੈਗਾ ਆਰਸ ਨੇ, ਉਹਨਾਂ ਆਫਿਸ ਆਰਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਅਟਰਨੀ ਸਤਵੰਤ ਕੌਰ ਹੋਰਾਂ ਨਾਲ ਤੁਸੀਂ ਆਪਣੀ ਅਪਾਇੰਟਮੈਂਟ ਫੋਨ ਦੇ ਉੱਤੇ ਵੀ ਫਿਕਸ ਕਰ ਸਕਦੇ। ਕੋਈ ਵੀ ਪ੍ਰੋਬਲਮ ਤੁਹਾਨੂੰ ਹੋ ਰਹੀ ਹੈ ਆਲ ਓਵਰ ਅਮਰੀਕਾ ਦੇ ਕਿਸੇ ਵੀ ਸਟੇਟ ਦੇ ਵਿੱਚ, ਕਿਸੇ ਵੀ ਸਿਟੀ ਦੇ ਵਿੱਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ ਤਾਂ ਹੁਣੇ ਹੀ ਆਪਣੀ ਅਪਾਇੰਟਮੈਂਟ ਫਿਕਸ ਕਰੋ। ਇਸ ਯੂ ਵੀਜ਼ੇ ਬਾਰੇ ਹੋਰ ਵੀ ਜਾਣਕਾਰੀ ਲੈਂਦੇ ਰਹਾਂਗੇ। ਫਿਲਹਾਲ ਰੁਕ ਰਹੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਲਈ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਟਰਨੀ ਸਤਵੰਤ ਕੌਰ ਇਸ ਪ੍ਰੋਗਰਾਮ ਦੇ ਤਹਿਤ ਸਾਡੇ ਨਾਲ ਜੁੜੇ ਹੋਏ ਨੇ। ਉਸ ਤੋਂ ਪਹਿਲਾਂ ਅਸੀਂ ਅੱਗੇ ਵਧੀਏ, ਕਾਫੀ ਸਾਰੇ ਕਾਲਰਸ ਸਤਵੰਤ ਸਾਡੇ ਨਾਲ ਮੌਜੂਦ ਨੇ, ਉਹਨਾਂ ਨੂੰ ਵੀ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਪ੍ਰਿਤਪਾਲ ਮਿਸ਼ੀਗਨ ਤੋਂ। ਹਾਂਜੀ ਪ੍ਰਿਤਪਾਲ ਜੀ, ਕੀ ਸਵਾਲ ਹੈ ਤੁਹਾਡਾ? ਹਾਂਜੀ, ਮੇਰਾ ਸਵਾਲ ਇਹ ਵੀ ਸਿਸਟਰ ਮੇਰੀ ਦਾ ਬਿਜ਼ਨਸ ਇੱਥੇ ਜੀ ਮਿਸ਼ੀਗਨ ਦੇ ਵਿੱਚ ਜੀ ਲੀਕਰ ਸਟੋਰ ਹੈ। ਹਾਂਜੀ, ਤੇ ਛੋਟੀ ਸਿਸਟਰ ਇੰਡੀਆ ਦੇ ਵਿੱਚ, ਉਹਨੂੰ ਅਸੀਂ ਸਪਾਂਸਰ ਕਰਨਾ ਚਾਹੁੰਦੇ ਆ ਤੇ ਕੀ ਉਹਦੇ ਵਾਸਤੇ ਮੈਂ ਪੁੱਛਣਾ ਸੀ। ਤੁਸੀਂ 718675 ਜਿਹੜਾ ਨੰਬਰ ਟੀਵੀ ਸਕਰੀਨ ਤੇ ਚੱਲ ਰਿਹਾ, ਮੈਂ ਕਾਲ ਕੀਤੀ ਸੀ ਇਹਨਾਂ ਦੇ, ਲੇਕਿਨ ਇਹਨਾਂ ਨਾਲ ਮੇਰੀ ਗੱਲ ਨਹੀਂ ਕਰਾਈ। ਅੱਛਾ ਜੀ। ਤੇ ਦੋ ਤਿੰਨ ਵਾਰ ਮੈਂ ਕਾਲ ਕੀਤੀ ਹੈ ਤੇ ਮੇਰੀ ਇਹਨਾਂ ਨਾਲ ਗੱਲ ਨਹੀਂ ਕਰਾਈ ਹੈਗੀ। ਮੈਂ ਚਾਹੁੰਦਾ ਸੀ, ਮੈਂ ਕਿਹਾ ਮੇਰੀ ਸਿੱਧੀ ਇਹਨਾਂ ਨਾਲ ਗੱਲ ਹੋ ਜੇ। ਉਹ ਮੈਨੂੰ ਅੱਗੇ ਟਰਖਾ ਦਿੱਤਾ, ਤੁਹਾਨੂੰ ਪਤਾ ਪੰਜਾਬੀ ਸਮਝ ਜਾਂਦੇ ਨੇ ਹਨਾ, ਤੇ ਮੈਂ ਕਿਹਾ ਨਹੀਂ ਪਲੀਜ਼ ਮੇਰੀ ਗੱਲ ਕਰਾਓ ਹਨਾ। ਠੀਕ ਹੈ, ਤੁਹਾਨੂੰ ਸਤਵੰਤ ਸੁਣ ਰਹੇ ਨੇ, ਜਵਾਬ ਦੇਣਗੇ। Let me address this okay question. ਜੀ, thank you। ਹਾਂਜੀ, okay, ਵਾਹਿਗੁਰੂ ਭਲਾ ਕਰੇ ਤੁਹਾਡਾ। ਹੋ ਸਕਦਾ ਮੈਂ ਆਫਿਸ ਵਿੱਚ ਅਵੇਲੇਬਲ ਨਹੀਂ ਹੋਵਾਂਗੀ, ਇਸ ਕਰਕੇ ਉਹਨਾਂ ਨੇ ਤੁਹਾਨੂੰ ਕਿਹਾ ਹੋਏਗਾ ਤੁਸੀਂ ਆਪਣਾ ਜਵਾਬ ਟੀਵੀ ਸਕਰੀਨ ਤੇ ਸੁਣ ਲਓ ਸਰ, ਤੇ ਤੁਸੀਂ ਕਾਲ ਬੈਕ ਨੰਬਰ ਛੱਡ ਸਕਦੇ ਹੋ। ਅਸੀਂ ਆਪਣੇ ਕਲਾਇੰਟਸ ਨੂੰ ਤੇ ਜਿਹੜੇ ਕੰਸਲਟੇਸ਼ਨ ਵਾਸਤੇ ਫੋਨ ਕਰਦੇ ਨੇ, ਅਸੀਂ ਉਹਨਾਂ ਨੂੰ ਕਾਲ ਬੈਕ ਕਰਦੇ ਹਾਂ। ਤੁਸੀਂ ਮੇਰੇ ਆਫਿਸ ਵਿੱਚ ਕੱਲ 10 ਵਜੇ ਤੋਂ ਬਾਅਦ ਫੋਨ ਕਰ ਸਕਦੇ ਹੋ। ਸੋ ਆਈ ਵੁੱਡ ਸੇ ਕਾਲ ਮੀ 12 ਵਜੇ ਦੇ ਨਾਲ ਕਾਲ ਕਰਿਓ ਤਾਂ ਕਿ ਤੁਹਾਡੀ ਮੇਰੇ ਨਾਲ ਗੱਲ ਹੋ ਜਾਵੇ। ਠੀਕ ਹੈ ਜੀ। ਹੋਰ ਵੀ ਕਾਲਰਸ ਨੇ ਸਤਵੰਤ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜੀ ਸਤਿ ਸ਼੍ਰੀ ਅਕਾਲ, ਮੈਂ ਇੱਥੋਂ ਬੋਲ ਰਿਹਾ ਜੀ, ਜਰਸੀ ਤੋਂ ਜੀ। ਸਤਿ ਸ਼੍ਰੀ ਅਕਾਲ ਜੀ। ਜਗਤਾਰ ਸਿੰਘ ਜੀ। ਜੀ ਜਗਤਾਰ ਸਿੰਘ ਜੀ, ਕੀ ਕਹਿਣਾ ਚਾਹੋਗੇ? ਸਰ ਜੀ, ਮੈਂ ਪੁੱਛਣਾ ਚਾਹੁੰਦਾ ਵਾਂ, ਜਿਵੇਂ ਪਹਿਲਾਂ ਨਾ ਆਪਣੇ ਇੱਥੇ ਆਏ ਸੀਗਾ ਤੇ ਉਹ ਬਾਰਡਰ ਕ੍ਰੋਸ ਕੀਤਾ ਯਾਰ, ਕਿਸੇ ਕਾਰਨ ਕਰਕੇ ਡੇਟ ਮਿਸ ਕਰ ਗਏ ਜੀ, ਤੇ ਉਸ ਤੋਂ ਬਾਅਦ ਉਹ ਬੇਟਾ ਮੇਰਾ ਸਿਟੀਜ਼ਨ ਸੀ, ਉਹਨਾਂ ਨੇ ਅਪਲਾਈ ਕੀਤਾ ਤੇ ਉਹਨਾਂ ਪ੍ਰੂਵ ਤੇ ਕਰ ਦਿੱਤਾ ਹੈ, ਪਰ ਉਹਦੇ ਵਿੱਚ ਉਹ ਡੈਪੂਟੇਸ਼ਨ ਲੱਗ ਗਈ ਸੀ। ਉਹ ਕੀ ਮੈਨੂੰ ਇੰਡੀਆ ਜਾਣਾ ਪਊਗਾ ਕਿ ਇੱਥੇ ਹੀ ਉਹ ਵੇਵਰ ਹੋ ਸਕਦੀ ਹੈ? ਤੁਸੀਂ ਆਪਣਾ ਜਵਾਬ ਜਿਹੜਾ ਹੈਗਾ ਜੀ ਟੀਵੀ ਸਕਰੀਨ ਤੇ ਸੁਣ ਲਿਓ।
ਸੋ ਅਵਤਾਰ ਸਿੰਘ ਜੀ, ਮੈਂ Thank you, sir. ਤੁਸੀਂ Thank you, sir. ਲੀਗਲ ਤਰੀਕੇ Thank ਦੇ ਨਾਲ ਐਂਟਰ ਕੀਤੀ ਸੀ ਅਮਰੀਕਾ ਦੇ ਵਿੱਚ? ਕਹਿੰਦੇ ਜੀ ਬਾਰਡਰ ਟੱਪ ਕੇ ਆਏ ਸੀਗੇ ਓਕੇ, ਬਾਰਡਰ ਟੱਪ ਕੇ ਆਏ ਸੀ। ਜੀ। ਹਾਂਜੀ, ਸੋ ਤੁਸੀਂ ਕਿਉਂਕਿ ਤੁਹਾਡੇ ਕੋਲ I-94 ਨਹੀਂ ਹੈ ਤੇ ਅਗਰ ਤੁਸੀਂ ਐਲੀਜੀਬਲ ਨਹੀਂ ਹੋ ਕਿਸੇ ਵੇਵਰ ਵਾਸਤੇ ਤੇ ਤੁਹਾਨੂੰ ਵਾਪਸ ਜਾਣਾ ਪਏਗਾ ਤਾਂ ਕਿ ਤੁਹਾਨੂੰ ਉੱਥੋਂ ਵੀਜ਼ਾ ਮਿਲ ਸਕੇ I-130 ਦੇ ਬੇਸ ਦੇ ਉੱਤੇ। ਥੈਂਕ ਪਰ ਯੂ ਤੁਸੀਂ ਮੇਰੇ ਆਫਿਸ ਵਿੱਚ ਕਾਲ ਕਰ ਸਕਦੇ ਹੋ ਤਾਂ ਕਿ ਮੈਂ ਤੁਹਾਨੂੰ ਡੀਟੇਲ ਦੇ ਵਿੱਚ ਤੁਹਾਡੇ ਕੋਲ ਤੁਹਾਡਾ ਕੁਐਸਚਨ ਪੁੱਛ ਸਕਾਂ ਤੇ ਤੁਹਾਨੂੰ ਸਮਝਾ ਸਕਾਂ। ਤੁਸੀਂ 718675 ਸਤਵੰਤ, ਸਾਡੇ ਨਾਲ ਹੋਰ ਵੀ ਕਾਲਰਸ ਨੇ, ਉਹਨਾਂ ਨੂੰ ਵੀ ਸੁਣ ਲੈਣੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਭਾਜੀ, ਲਖਵਿੰਦਰ ਸਿੰਘ ਨਿਊਯਾਰਕ ਤੋਂ ਬੋਲਦਾ ਜੀ। ਜੀ, ਕੀ ਸਵਾਲ ਹੈ ਤੁਹਾਡਾ? ਸਰ ਮੇਰਾ ਕੁਐਸਚਨ ਸੀਗਾ, ਮੈਮ ਨੂੰ ਪੁੱਛਣਾ ਸੀ, ਜਿਹੜੇ ਬੱਚਿਆਂ ਨੇ ਆਪਣੇ ਸਿਟੀਜ਼ਨ ਪੇਰੈਂਟਸ ਦੇ ਬਿਹਾਫ ਤੇ ਅਮਰੀਕਨ ਪਾਸਪੋਰਟ ਲਿਆ ਜੀ, ਉਹਨਾਂ ਨੂੰ ਸਿਟੀਜ਼ਨ ਸਰਟੀਫਿਕੇਟ ਲੈਣ ਦੀ ਲੋੜ ਹੈ ਜਾਂ ਇਟਸ ਓਕੇ ਜਸਟ ਪਾਸਪੋਰਟ? ਸੋ ਤੁਹਾਡਾ ਕੁਐਸਚਨ ਇਹ ਹੈ ਕਿ ਅਗਰ ਉਹਨਾਂ ਨੂੰ Hello? ਤੁਹਾਡੇ ਤੁਸੀਂ ਆਪਣਾ ਜਵਾਬ ਇੰਗਲਿਸ਼ ਵਿੱਚ ਸੁਣ ਲਓ ਜੀ। ਸਰਟੀਫਿਕੇਟ ਮਿਲਿਆ ਹੋਇਆ ਹੈ ਜਾਂ ਉਹਨਾਂ ਨੂੰ US ਸਿਟੀਜ਼ਨ ਪਾਸਪੋਰਟ ਮਿਲਿਆ ਹੋਇਆ, they are already US citizens, they don't need the certificate, right? ਜੀ, they are qualified as US citizens, otherwise ਉਹਨਾਂ ਨੂੰ ਪਾਸਪੋਰਟ ਮਿਲਣਾ ਨਹੀਂ ਸੀ, ਜੀ, US ਪਾਸਪੋਰਟ। ਜੀ। ਮੁੜ ਤੋਂ ਅਸੀਂ ਇਸ ਯੂ ਵਿਜ਼ੇ ਦੇ ਉੱਤੇ ਆਈਏ ਸਤਵੰਤ। ਇਟ ਇਜ਼, ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ ਫॉर ਆਰ ਕਮਿਊਨਿਟੀ, ਉਹਨਾਂ ਦੇ ਲਈ ਸਮਝਣ ਦੇ ਲਈ। ਤੇ ਮੈਂ ਜ਼ਰੂਰ ਪੁੱਛਣਾ ਚਾਹੂੰਗਾ, ਹੂ ਇਜ਼ ਅ ਕੁਆਲੀਫਾਈਂਗ ਵਿਕਟਮ? ਆਖਿਰਕਾਰ ਉਹ ਕੁਆਲੀਫਾਈਂਗ ਵਿਕਟਮ ਹੈ ਕੌਣ? ਔਰ ਲੋ ਇਨਫੋਰਸਮੈਂਟ ਦੀ ਅਗਰ ਆਪਾਂ ਹੈਲਪ ਕਰਦੇ ਹਾਂ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੀ ਤੁਸੀਂ ਕਿਸੇ ਵੀ ਕੇਸ ਦੇ ਉੱਤੇ ਮਦਦ ਕਰ ਰਹੇ ਹੋ, ਤਾਂ ਲੋ ਇਨਫੋਰਸਮੈਂਟ ਤੁਸੀਂ ਕਿਹਾ ਕਿ ਬਾਕਾਇਦਾ ਤੁਹਾਨੂੰ ਐਕਨੋਲੇਜ ਕਰਦੀ ਹੈ ਔਰ ਉਹ ਤੁਹਾਨੂੰ ਹੈਲਪ ਕਰਦੀ ਹੈ ਕਿ ਫॉर ਦਾ ਯੂ ਵੀਜ਼ਾ ਦੇ ਲਈ ਤੁਸੀਂ ਕੁਆਲੀਫਾਈ ਹੋ ਸਕੋ। ਪਰ ਇਹ ਕੁਆਲੀਫਾਈ ਵਿਕਟਮ ਹੈ ਕੌਣ ਆਖਿਰਕਾਰ? ਸੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਐਕਸਪਲੇਨ ਕੀਤਾ ਕਿ ਜਿਹੜਾ ਕੁਆਲੀਫਾਈਂਗ ਵਿਕਟਮ ਹੈ ਉਹ ਜਾਂ ਤੇ ਡਾਇਰੈਕਟ ਵਿਕਟਮ ਹੋਏ ਜਿਹਦੇ ਨਾਲ ਹਾਦਸਾ ਹੋਇਆ, ਜਿਹਦੇ ਨਾਲ ਕ੍ਰਾਈਮ ਹੋਇਆ, ਜੀ, ਤੇ ਇਨਡਾਇਰੈਕਟ ਵਿਕਟਮਸ ਉਹਨਾਂ ਦੇ ਫੈਮਿਲੀ ਮੈਂਬਰਸ ਹੋ ਸਕਦੇ ਨੇ, ਉਹਨਾਂ ਦੀ ਵਾਈਫ ਹੋ ਸਕਦੀ ਹੈ, ਉਹਨਾਂ ਦੇ ਅੰਡਰ ਏਜ ਬੱਚੇ ਹੋ ਸਕਦੇ ਨੇ, ਅੰਡਰ ਦ ਏਜ ਆਫ 21, ਤੇ ਨਾਲ ਉਹਨਾਂ ਦੇ ਪੇਰੈਂਟਸ, ਬੱਚੇ ਦੇ ਪੇਰੈਂਟਸ ਹੋ ਸਕਦੇ ਨੇ ਅਗਰ ਉਹ ਬੱਚੇ ਦੇ ਨਾਲ ਕ੍ਰਾਈਮ ਹੋਇਆ, ਤੇ ਸਿਬਲਿੰਗਸ ਵੀ ਹੋ ਸਕਦੇ ਨੇ ਅਗਰ ਉਹ ਅੰਡਰ ਏਜ ਬੱਚਾ ਹੈ। ਤੇ ਉਸ ਤੋਂ ਇਲਾਵਾ ਆਈ ਐਕਸਪਲੇਨਡ ਅਰਲੀਅਰ ਕਿ ਸਾਨੂੰ ਇੱਕ ਫਾਰਮ ਹੈ I-918 ਸਪਲੀਮੈਂਟ B ਜਿਹੜਾ ਲਾ ਇਨਫੋਰਸਮੈਂਟ ਕੋਲੋਂ ਸਾਈਨ ਕਰਵਾਉਣਾ ਪੈਂਦਾ ਅਗਰ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ ਇਨਵੈਸਟੀਗੇਸ਼ਨ ਵਿੱਚ ਜਾਂ ਪ੍ਰੋਸੀਕਿਊਟ ਕਰਨ ਵਿੱਚ। ਪਰ what do you mean, to help law enforcement? ਔਰ ਮੈਂ ਇਸ ਜੁੱਤੇ ਜ਼ਰੂਰ ਚਾਹਨਾ ਕਿ ਤੁਸੀਂ ਕੋਈ ਕੇਸ ਸਟੱਡੀ ਦੇ ਕੇ ਸਾਨੂੰ ਸਮਝਾਓ। ਓਕੇ, ਸੋ ਲਾ ਇਨਫੋਰਸਮੈਂਟ ਦੀ ਕਿਸ ਤਰ੍ਹਾਂ ਮਦਦ ਕਰਦੇ ਹਾਂ? ਫॉर ਐਗਜ਼ਾਮਪਲ ਤੁਹਾਡੇ ਕ੍ਰਾਈਮ ਹੋਇਆ, ਸੋ ਫॉर ਇੰਸਟੈਂਸ ਕਿ ਤੁਸੀਂ ਉਬਰ ਡਰਾਈਵਰ ਹੋ। ਫॉर ਐਗਜ਼ਾਮਪਲ ਕੋਈ ਅਗਰ ਟੂਰਿਸਟ ਵੀਜ਼ਾ ਤੇ ਯੂਨਾਈਟਿਡ ਸਟੇਟਸ ਦੇ ਵਿੱਚ ਆਇਆ ਔਰ ਉਹ ਕਿਸੇ ਸਟੋਰ ਦੇ ਵਿੱਚ ਅਗਰ ਉਸ ਟਾਈਮ ਪ੍ਰੈਜ਼ੈਂਟ ਹੈਗਾ ਜਾਂ ਫਿਰ ਸਟੋਰ ਦੇ ਵਿੱਚ ਕੰਮ ਕਰਦਾ ਹੈ ਜਾਂ ਫਿਰ ਸਟੋਰ ਦੇ ਵਿੱਚ ਮੌਜੂਦ ਹੈ। I will give you two examples. So one is ਅਗਰ ਕੋਈ ਈਦਰ ਲੀਗਲੀ ਜਾਂ ਇਲੀਗਲ ਤਰੀਕੇ ਦੇ ਨਾਲ ਉਹਨਾਂ ਨੇ ਐਂਟਰੀ ਕੀਤੀ ਹੈ ਤੇ ਉਹ ਸਟੋਰ ਦੇ ਵਿੱਚ ਕਿਤੇ ਕੰਮ ਕਰ ਰਹੇ ਨੇ, ਆਲਰੇਡੀ ਉਹਨਾਂ ਦਾ ਕੋਈ ਨਾ ਕੋਈ ਕੇਸ ਪੈਂਡਿੰਗ ਹੈ ਜਾਂ ਨਹੀਂ ਵੀ ਪੈਂਡਿੰਗ ਹੈ ਤੇ ਉਹ ਕੇਸ ਕੰਮ ਕਰ ਰਹੇ ਨੇ ਕਿਸੇ ਸਟੋਰ ਪਰ ਦੇ ਉਹ ਉੱਤੇ। ਕੰਮ ਕਰਨੇ ਜ਼ਰੂਰੀ ਹੋਣੇ ਚਾਹੀਦੇ ਨੇ? So it's important that it's not important that you're working all the time, but because ਤੁਸੀਂ ਮੈਨੂੰ ਸਟੋਰ ਦਾ ਪੁੱਛ ਰਹੇ ਹੋ ਇਸ ਕਰਕੇ ਮੈਂ ਤੁਹਾਨੂੰ ਸਟੋਰ ਦਾ ਦੱਸ ਰਹੀ ਹਾਂ ਕਿ ਅਗਰ ਉਹ ਕਿਸੇ ਸਟੋਰ ਦੇ ਉੱਤੇ ਕੰਮ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਗਨ ਪੁਆਇੰਟ ਤੇ ਰੌਬਰੀ ਹੋਈ ਹੈ ਔਰ ਉੱਥੇ ਚੋਰੀ ਕਰਕੇ ਲੈ ਗਏ ਨੇ, ਉਹਨਾਂ ਨੂੰ ਗਨ ਪੁਆਇੰਟ ਤੇ ਉਹਨਾਂ ਨੇ ਹਰਾਸ ਕੀਤਾ, ਉਹਨਾਂ ਨੂੰ ਅਬਿਊਜ਼ ਕੀਤਾ, ਰਾਈਟ? ਤੇ ਫਿਰ ਉਹ ਮਦਦ ਕਰ ਰਹੇ ਨੇ ਲਾ ਇਨਫੋਰਸਮੈਂਟ ਦੀ, ਉਹਨਾਂ ਨੂੰ ਫੋਨ ਕਰਦੇ ਨੇ, ਉੱਥੇ ਆਉਂਦੇ ਨੇ, ਉਹਨਾਂ ਦੇ ਕੋਲ ਯੂਜਲੀ ਵੀਡੀਓਜ਼ ਹੁੰਦੀਆਂ ਨੇ ਕਿਉਂਕਿ ਸਟੋਰਾਂ ਵਿੱਚ ਕੈਮਰੇ ਲੱਗੇ ਹੁੰਦੇ ਨੇ, ਫਿਰ ਉਹ ਉਹਨਾਂ ਦੀ ਮਦਦ ਕਰਦੇ ਨੇ, ਉਹਨਾਂ ਦਾ ਸਕੈਚ ਬਣਵਾ ਦਿੰਦੇ ਨੇ, ਉਹ ਦੱਸ ਦਿੰਦੇ ਨੇ ਕਿ ਕਿਸ ਤਰ੍ਹਾਂ ਦਾ ਹੁਲੀਆ ਸੀ, ਕੌਣ ਹੈ। ਉਹ ਯੂਜਲੀ ਉਹ ਡਿਟੈਕਟਿਵ ਦੀ ਹੈਲਪ ਕਰਦੇ ਨੇ ਉਸ ਇਨਸਾਨ ਨੂੰ ਫੜਨ ਵਿੱਚ, ਤੇ ਉਹ ਹੈਲਪਫੁਲ ਹੋ ਜਾਂਦੇ ਨੇ। ਦੂਸਰਾ, ਅਗਰ ਉਬਰ ਡਰਾਈਵਰ ਹੈ ਫॉर ਇੰਸਟੈਂਸ ਤੇ ਉਹ ਕੰਮ ਕਰ ਰਿਹਾ, ਉਹਦਾ ਕੋਈ ਪੈਸੇਂਜਰ ਆ ਜਾਂਦਾ ਹੈ ਤੇ ਪੈਸੇਂਜਰ ਦੇ ਉਹਦੇ ਨਾਲ ਕੋਈ ਧੱਕਾਸ਼ਾਹੀ ਕੀਤੀ, ਉਹਦੇ ਨਾਲ ਕੁੱਟਮਾਰ ਕਰ ਦਿੱਤੀ ਹੈ, ਉਹਦੇ ਪੈਸੇ ਖੋ ਕੇ ਭੱਜ ਗਿਆ, ਉਹ ਵੀ ਕਰ ਸਕਦਾ ਹੈ। ਅਗਰ ਤੁਸੀਂ ਉੱਦਾਂ ਹੀ ਡਰਾਈਵ ਕਰ ਰਹੇ ਹੋ, ਫॉर ਇੰਸਟੈਂਸ ਅਗਰ ਤੁਸੀਂ ਆਪਣਾ ਰੈਗੂਲਰ ਡੇ 'ਚ ਡਰਾਈਵਿੰਗ ਕਰ ਰਹੇ ਹੋ, ਤੁਹਾਡਾ ਐਕਸੀਡੈਂਟ ਹੋ ਗਿਆ ਤੇ ਉੱਥੇ ਇੰਸਟੈਡ ਆਫ ਕਿ ਪੁਲਿਸ ਬੁਲਾਈ ਜਾਏ ਜਾਂ ਕੁਛ ਹੋਏ, ਉੱਥੇ ਜਿਹੜਾ ਜਿਹਦੀ ਗੱਡੀ ਦੇ ਨਾਲ ਤੁਹਾਡਾ ਐਕਸੀਡੈਂਟ ਹੋਇਆ ਅਗਰ ਉਹ ਤੁਹਾਡੇ ਨਾਲ ਕੁੱਟਮਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਉਹ ਤੁਹਾਨੂੰ ਸੱਟਾਂ ਲੱਗ ਜਾਂਦੀਆਂ ਨੇ ਉਸ ਦੌਰਾਨ ਜਾਂ ਕੁਛ ਹੋ ਜਾਂਦਾ ਤੇ ਤਾਂ ਵੀ ਤੁਸੀਂ ਯੂ ਵੀਜ਼ਾ ਵਾਸਤੇ ਕੁਆਲੀਫਾਈ ਕਰ ਸਕਦੇ ਹੋ।
ਓਕੇ ਡੋਮੈਸਟਿਕ ਵਾਇਲੈਂਸ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਕਿਹਾ, ਸੋ ਇਹ ਸਾਰਾ ਕੰਮ ਨਹੀਂ ਹੈ, ਰਾਈਟ। ਡੋਮੈਸਟਿਕ ਵਾਇਲੈਂਸ ਇਜ਼ ਨਾ ਲਾਈਕ ਤੁਸੀਂ ਕੰਮ ਕਰ ਰਹੇ ਹੋ ਮਗਰ ਤੁਸੀਂ ਘਰ ਦੇ ਵਿੱਚ ਹੋ, ਤੁਹਾਡੇ ਹਸਬੈਂਡ ਜਾਂ ਵਾਈਫ ਦੇ ਨਾਲ ਤੁਹਾਡੀ ਲੜਾਈ ਝਗੜਾ ਹੋ ਗਿਆ, ਤੁਹਾਡੇ ਨਾਲ ਫਿਜ਼ੀਕਲ ਇੰਜਰੀਜ਼ ਹੋ ਗਈਆਂ ਨੇ, ਤੁਸੀਂ ਉਸ ਚੀਜ਼ ਨੂੰ ਲੈ ਕੇ ਵੀ ਯੂ ਵੀਜ਼ਾ ਫਾਈਲ ਕਰ ਸਕਦੇ ਹੋ। ਸੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਕੰਮ ਹੀ ਕਰ ਰਹੇ ਹੋ। ਅੱਗੇ ਜਾਵਾਂ ਉਸ ਤੋਂ ਪਹਿਲਾਂ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਜੇਕਰ ਕੋਈ ਕੁਆਲੀਫਾਈ ਹੋ ਜਾਂਦਾ ਹੈ ਤਾਂ ਕਿੰਨੀ ਛੇਤੀ ਉਹਨੂੰ ਸੋਸ਼ਲ ਸਿਕਿਉਰਿਟੀ ਵਰਕ ਆਥੋਰਾਈਜੇਸ਼ਨ ਮਿਲ ਜਾਂਦੀ ਹੈ? ਓਕੇ, ਸੋ ਇਟ ਟੇਕਸ ਟਾਈਮ। ਪਹਿਲੀ ਗੱਲ ਤੇ ਜਿਹੜਾ ਪ੍ਰੋਸੈਸ ਹੈ, ਜੇ ਅਸੀਂ ਯੂ ਵੀਜ਼ਾ ਦੇ ਪ੍ਰੋਸੈਸ ਦੀ ਗੱਲ ਕਰੀਏ, ਸੋ ਪਹਿਲਾਂ ਤੁਹਾਨੂੰ ਸਰਟੀਫਿਕੇਸ਼ਨ ਲੈਣੀ ਪਏਗੀ ਲਾਅ ਇਨਫੋਰਸਮੈਂਟ ਆਫਿਸਰ ਕੋਲੋਂ। ਦੂਸਰਾ ਸਟੈਪ ਆਏ ਕਿ ਤੁਸੀਂ ਐਪਲੀਕੇਸ਼ਨ ਫਾਈਲ ਕਰਦੇ ਹੋ, ਆਪਣੀ ਡੈਕਲੇਰੇਸ਼ਨ ਫਾਈਲ ਕਰਦੇ ਹੋ। ਡੈਕਲੇਰੇਸ਼ਨ ਤੁਹਾਡੀ ਸਟੇਟਮੈਂਟ ਜਿਸ ਤੁਸੀਂ ਐਕਸਪਲੇਨ ਕਰਦੇ ਹੋ ਕਿ ਤੁਹਾਡੇ ਨਾਲ ਕੀ ਕੀ ਹੋਇਆ ਤੇ ਕਿੱਦਾਂ ਕਿੱਦਾਂ ਹੋਇਆ। ਤੁਸੀਂ ਆਪਣੇ ਫਾਰਮ ਸਬਮਿਟ ਕਰਦੇ ਹੋ, ਆਪਣੇ ਐਵੀਡੈਂਸ ਸਬਮਿਟ ਕਰਦੇ ਹੋ। ਫਿਰ ਤੁਹਾਡੀ ਰਸੀਦ ਆਉਂਦੀ ਹੈ USCIS ਵੱਲੋਂ, ਫਿਰ ਤੁਹਾਡੇ ਬਾਇਓਮੈਟ੍ਰਿਕਸ ਹੁੰਦੇ ਨੇ। ਉਸ ਤੋਂ ਬਾਅਦ ਤੁਹਾਡਾ ਵੇਟਿੰਗ ਪੀਰੀਅਡ ਸਟਾਰਟ ਹੁੰਦਾ ਡਿਸੀਜਨ ਵਾਸਤੇ। ਰਾਈਟ। ਉਹ ਜਿਹੜਾ ਡਿਸੀਜਨ ਟਾਈਮ ਹੈ ਉਹ ਹਰਕੀਰਤ ਉਹਨੂੰ 10 ਸਾਲ ਵੀ ਲੱਗ ਸਕਦੇ ਨੇ, ਉਸ ਤੋਂ ਜ਼ਿਆਦਾ ਵੀ ਲੱਗ ਸਕਦੇ ਨੇ। ਉਹ ਇਸ ਕਰਕੇ ਕਿਉਂਕਿ ਜਿਹੜਾ ਯੂਨਾਈਟਿਡ ਸਟੇਟਸ ਦਾ ਅਲਾਉ ਹੈ, ਜਿਹੜੀ ਗਵਰਨਮੈਂਟ ਹੈ ਉਹ ਅਲਾਉ ਕਰਦੀ ਹੈ ਕਿ ਸਿਰਫ 10,000 ਐਪਲੀਕੇਸ਼ਨਸ ਨੇ ਜਿਹੜੀਆਂ ਯੂ ਵੀਜ਼ਾ ਦੀਆਂ, ਉਹਨਾਂ ਨੂੰ ਗ੍ਰਾਂਟ ਕੀਤਾ ਜਾ ਸਕਦਾ ਹੈ 1 ਸਾਲ ਦੇ ਵਿੱਚ। ਤੇ ਐਪਲੀਕੇਸ਼ਨਸ 30,000 40,000 ਲੱਗ ਰਹੀਆਂ ਨੇ, ਤੇ ਇਸ ਕਰਕੇ ਉਹ ਸਾਰਿਆਂ ਨੂੰ ਪੇਪਰ ਨਹੀਂ ਦੇ ਸਕਦੇ, ਸਾਰਿਆਂ ਦਾ ਯੂ ਵੀਜ਼ਾ ਸੇਮ ਟਾਈਮ ਤੇ ਗ੍ਰਾਂਟ ਨਹੀਂ ਕਰ ਸਕਦੇ, ਜਸਟ ਬਿਕਾਜ਼ ਦੇ ਓਨਲੀ ਹੈਵ ਅਥਾਰਟੀ ਟੂ ਗ੍ਰਾਂਟ 10,000 ਐਪਲੀਕੇਸ਼ਨਸ। ਤੇ ਉਸ ਤੋਂ ਬਾਅਦ ਜਿਹੜਾ ਵਰਕ ਪਰਮਿਟ ਵੀ ਹੈ ਤੇ ਸੋਸ਼ਲ ਵੀ ਹੈ, ਉਹਨਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਹੈ। ਉਹ ਕੀ ਕਰਦੇ ਨੇ ਕਿ ਅਗਰ ਤੁਹਾਡਾ ਉਹਨਾਂ ਨੇ ਯੂ ਵੀਜ਼ਾ ਗ੍ਰਾਂਟ ਨਹੀਂ ਕੀਤਾ ਤੇ ਉਹ ਸੋਚਦੇ ਨੇ ਕਿ ਤੁਸੀਂ ਅਪਰੂਵਲ ਹੋ ਸਕਦਾ, ਤੁਹਾਡਾ ਗ੍ਰਾਂਟ ਹੋ ਸਕਦਾ, ਤੇ ਉਹ ਤੁਹਾਨੂੰ ਇੱਕ ਚੀਜ਼ ਹੁੰਦੀ ਹੈ ਡਿਫਰਡ ਗ੍ਰਾਂਟ, ਤੇ ਤੁਹਾਨੂੰ ਉਹ ਦੇ ਦਿੰਦੇ ਨੇ। ਉਹਦੇ ਵਿੱਚ ਤੁਹਾਨੂੰ ਵਰਕ ਪਰਮਿਟ ਤੇ ਸੋਸ਼ਲ ਮਿਲ ਜਾਂਦੀ ਹੈ ਕੁਝ ਟਾਈਮ ਦੇ ਵਿੱਚ, ਉਸ ਵੀ ਟਾਈਮ ਲੱਗ ਜਾਂਦਾ ਹੈ। ਹਾਂਜੀ, ਆਪਾਂ ਅੱਗੇ ਜਾਈਏ। ਮੈਂ ਸਬਸਟੈਂਸ ਅਬਿਊਜ਼ ਦੇ ਬਾਰੇ ਵੀ ਜ਼ਰੂਰ ਜਾਣਾਂਗਾ ਕਿ ਤੁਸੀਂ ਉਹਦੀ ਵੀ ਜਾਣਕਾਰੀ ਸਾਨੂੰ ਦਿੱਤੀ ਸੀਗੀ, ਪਰ ਕਾਲਰ ਲਗਾਤਾਰ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ? ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਜੀ ਹਰਿੰਦਰ ਸਿੰਘ ਬੋਲਦਾ ਜੀ, ਕੈਸਸ ਤੋਂ। ਹਾਂਜੀ ਹਰਿੰਦਰ ਸਿੰਘ ਜੀ, ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਇਹ ਜੀ, ਮੇਰੇ ਫਾਦਰ ਗ੍ਰੀਨ ਕਾਰਡ ਉਹ ਇੰਡੀਆ ਗਏ ਸੀ ਪਹਿਲੀ ਜਨਵਰੀ ਨੂੰ, ਵਾਪਸ ਅਜੇ ਤੱਕ ਆਈ ਨਹੀਂ। ਵੀ ਕਿੰਨਾ ਚਿਰ ਰਹਿ ਸਕਦੇ ਗ੍ਰੀਨ ਕਾਰਡ ਹੋਲਡਰ ਇੰਡੀਆ 'ਚ? ਤੇ ਅੰਬੈਸੀਆਂ ਨੇ ਕੰਮ ਕਰਨਾ ਚਾਲੂ ਕਰ ਦਿੱਤਾ ਇੰਡੀਆ 'ਚ, US ਐਮਬੈਸੀ। ਓਕੇ ਜੀ, ਪੁੱਛ ਲੈਂਦੇ ਹਾਂ ਜੀ। ਸੋ ਐਮਬੈਸੀਜ਼ ਕੋਵਿਡ ਕਰਕੇ ਪੂਰੇ ਤਰੀਕੇ ਨਾਲ ਨਹੀਂ ਖੁੱਲੀਆਂ ਹੋਈਆਂ। ਜਿਨ੍ਹਾਂ ਨੂੰ ਇੰਟਰਵਿਊਜ਼ ਦੇ ਰਹੇ ਨੇ ਸਿਰਫ ਉਹੀ ਜਾ ਪਾ ਰਹੇ ਨੇ ਐਮਬੈਸੀਜ਼ ਵਿੱਚ। ਸੋ ਸਾਰਿਆਂ ਵਾਸਤੇ ਐਮਬੈਸੀਜ਼ ਨਹੀਂ ਖੁੱਲੀਆਂ। ਦੂਸਰਾ ਕਿ ਤੁਹਾਡੇ ਫਾਦਰ ਸਾਹਿਬ ਜੇ ਇੰਡੀਆ ਗਏ ਨੇ, ਕਿੰਨਾ ਟਾਈਮ ਰਹਿ ਸਕਦੇ ਨੇ ਗ੍ਰੀਨ ਕਾਰਡ ਦੇ ਉੱਤੇ? ਤੁਸੀਂ 6 ਮਹੀਨੇ ਤੋਂ ਜ਼ਿਆਦਾ ਤੁਹਾਨੂੰ ਇੰਡੀਆ ਨਹੀਂ ਰਹਿਣਾ ਚਾਹੀਦਾ, ਪਰ ਮੋਸਟਲੀ ਤੁਸੀਂ 8 ਮਹੀਨੇ ਤੱਕ ਰਹਿ ਸਕਦੇ ਹੋ। ਜਦ ਤੁਸੀਂ ਵਾਪਸ ਆਉਂਦੇ ਹੋ ਤੇ ਤੁਹਾਨੂੰ ਇੱਥੇ ਅਥਾਰਟੀਜ਼ ਕੁਐਸਚਨ ਕਰਦੀਆਂ ਨੇ ਕਿ ਇੰਨਾ ਟਾਈਮ ਤੁਸੀਂ ਕਿਉਂ ਰਹੇ ਹੋ, ਤੇ ਤੁਹਾਡੇ ਕੋਲ ਕੋਈ ਨਾ ਕੋਈ ਰੀਜ਼ਨ ਹੋਣਾ ਚਾਹੀਦਾ। ਮੈਡੀਕਲ ਰੀਜ਼ਨ ਹੋ ਸਕਦਾ ਜਾਂ ਕੋਈ ਪਰਸਨਲ ਰੀਜ਼ਨ ਹੋ ਸਕਦਾ, ਬਟ ਰਾਈਟ ਨਾਓ ਕੋਵਿਡ ਇਜ਼ ਅ ਗੁੱਡ ਰੀਜ਼ਨ, ਕਿਉਂਕਿ ਇੰਡੀਆ ਵਿੱਚ ਕੋਵਿਡ ਦੇ ਕੇਸਿਸ ਬਹੁਤ ਜ਼ਿਆਦਾ ਹੋ ਗਏ ਨੇ। ਤੇ ਜਦੋਂ ਵੀ ਉਹ ਵਾਪਸ ਆਉਣਗੇ ਆਪਣਾ ਉਸ ਚੀਜ਼ ਦਾ ਕੋਈ ਨਾ ਕੋਈ ਡਾਕੂਮੈਂਟ ਆਬਵੀਅਸਲੀ ਲੈ ਕੇ ਆਉਣਗੇ ਕਿ ਮੈਂ ਕੋਵਿਡ ਕਰਕੇ ਜਿਹੜੀ ਵੀ ਉਹ ਜਗ੍ਹਾ ਤੇ ਨੇ ਮੈਂ ਕਿਉਂ ਉੱਥੇ ਮੈਨੂੰ ਰੁਕਣਾ ਪਿਆ ਜ਼ਿਆਦਾ ਟਾਈਮ। ਜੀ। ਸਬਸਟੈਂਸ ਅਬਿਊਜ਼, ਵਾਟ ਡੂ ਯੂ ਮੀਨ ਬਾਈ ਸਬਸਟੈਂਸ ਅਬਿਊਜ਼ ਫॉर ਯੂ ਵੀਜ਼ਾ? So substantial abuse is when ਤੁਸੀਂ ਫਿਜ਼ੀਕਲ ਹਾਰਮ ਹੈ ਜਿਹੜਾ ਜਾਂ ਮੈਂਟਲ ਅਬਿਊਜ਼ ਹੈ ਤੁਹਾਡੇ ਨਾਲ ਬਹੁਤ ਜ਼ਿਆਦਾ ਹੋਇਆ ਜੀ, ਤੇ ਉਸ ਨੂੰ ਤੁਸੀਂ ਪ੍ਰੂਵ ਕਰਦੇ ਹੋ। ਕਿਸ ਤਰ੍ਹਾਂ ਪ੍ਰੂਵ ਕਰੋਗੇ? ਜੇ ਤੁਹਾਡੇ ਕੋਲ ਫਿਜ਼ੀਕਲ ਇੰਜਰੀਜ਼ ਹੋਈਆਂ ਨੇ ਤੇ ਤੁਸੀਂ ਮੈਡੀਕਲ ਰੈਕਰਡਸ ਸ਼ੋ ਕਰਦੇ ਹੋ, ਤੁਸੀਂ ਆਪਣੀ ਸਾਈਕੋਲੋਜੀਕਲ ਇਵੈਲੂਏਸ਼ਨ ਸ਼ੋ ਕਰਦੇ ਹੋ, ਤੁਸੀਂ ਐਫੀਡੇਵਿਟਸ ਲੈ ਸਕਦੇ ਹੋ ਆਪਣੇ ਫਰੈਂਡਸ ਐਂਡ ਫੈਮਿਲੀ ਕੋਲੋਂ ਕਿ ਉਹ ਸ਼ੋ ਕਰ ਸਕਦੇ ਨੇ ਕਿ ਤੁਹਾਡੇ ਨਾਲ ਵਿਕਟਮ ਹੋ ਤੁਸੀਂ ਕਿਸੇ ਕ੍ਰਾਈਮ ਦੇ ਉੱਤੇ। ਉਸ ਤੋਂ ਇਲਾਵਾ ਤੁਸੀਂ ਫੋਟੋਜ਼ ਸ਼ੋ ਕਰ ਸਕਦੇ ਹੋ ਆਪਣੀ ਇੰਜਰੀਜ਼ ਦੇ। ਉਸ ਤੋਂ ਇਲਾਵਾ ਤੁਸੀਂ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਹੋ ਆਪਣੀ ਡੈਕਲੇਰੇਸ਼ਨ ਵਿੱਚ ਕਿ ਤੁਹਾਡੇ ਨਾਲ ਕੀ ਹੋਇਆ ਸੀ। ਰਾਈਟ। ਸੋ ਦਿਸ ਇਜ਼ ਐਸੈਂਸ਼ੀਅਲ। ਜਿਹੜੀ ਤੁਹਾਡੇ ਨਾਲ ਵਿਕਟਿਮਾਈਜੇਸ਼ਨ ਹੋਈ ਹੈ, ਜੋ ਤੁਹਾਡੇ ਨਾਲ ਕ੍ਰਾਈਮ ਹੋਇਆ, ਉਹ ਤੁਸੀਂ ਇਹ ਸਾਰਾ ਕੁਝ ਪ੍ਰੂਵ ਕਰ ਰਹੇ ਹੋ ਉਹਨਾਂ ਨੂੰ। ਐਨੀ ਅਦਰ ਐਡਵਾਈਸ ਸਤਵੰਤ? ਸਮਾਂ ਸਾਡੇ ਕੋਲ ਹੈਗਾ ਨਹੀਂ ਬਹੁਤ, ਪਰ ਜਾਂਦੇ ਕੀ ਸਲਾਹ ਦੇਣਾ ਚਾਹੋਗੇ ਇਫ ਸਮਬਡੀ want to have U visa and other immigration things? So Harkirat, this is what I want to emphasize. ਕਈ ਵਾਰੀ ਕੀ ਹੁੰਦਾ ਕਿ ਕੁਝ ਲੋਕਾਂ ਨੇ ਅਸਾਈਲਮ ਦਾ ਕੇਸ ਲਾਇਆ ਹੁੰਦਾ ਤੇ ਉਹਨਾਂ ਨੇ ਇਲੀਗਲ ਤਰੀਕੇ ਨਾਲ ਇੰਟਰ ਕੀਤਾ ਹੁੰਦਾ। ਲਾਈਕ ਆਈ ਟੋਲਡ ਯੂ, ਲੀਗਲ ਜਾਂ ਇਲੀਗਲ ਤਰੀਕੇ ਦੇ ਨਾਲ ਇੰਟਰ ਕੀਤਾ। ਤੁਸੀਂ ਯੂ ਵੀਜ਼ਾ ਵਾਸਤੇ ਅਗਰ ਕੁਆਲੀਫਾਈ ਕਰਦੇ ਹੋ ਤਾਂ ਤੁਹਾਨੂੰ ਯੂ ਵੀਜ਼ਾ ਦੀ ਪਟੀਸ਼ਨ ਜ਼ਰੂਰ ਲਾਣੀ ਚਾਹੀਦੀ ਹੈ। ਸਮਟਾਈਮਸ ਕੀ ਹੁੰਦਾ ਕਿ ਅਗਰ ਤੁਸੀਂ ਅਸਾਈਲਮ ਦਾ ਕੇਸ ਲਾਇਆ ਤਾਂ ਤੁਹਾਡਾ ਅਸਾਈਲਮ ਦਾ ਕੇਸ ਗ੍ਰਾਂਟ ਹੋਣ ਦੇ ਘੱਟ ਚਾਂਸਿਸ ਨੇ, ਤੇ ਜੇ ਤੁਹਾਡੇ ਨਾਲ ਕੋਈ ਕ੍ਰਾਈਮ ਹੋਇਆ ਤੇ ਯੂ ਵੀਜ਼ਾ ਦਾ ਕੇਸ ਕਰਦੇ ਹੋ ਤੇ ਤੁਹਾਡੇ ਵਾਸਤੇ ਬੈਨੀਫੀਸ਼ੀਅਲ ਹੋ ਸਕਦਾ ਹੈ ਕਿ ਤੁਹਾਨੂੰ ਇਹ ਕੇਸ ਪਾਸ ਹੋਣ ਦੇ ਜ਼ਿਆਦਾ ਚਾਂਸਿਸ ਹੋ ਸਕਦੇ ਨੇ। ਉਸ ਤੋਂ ਇਲਾਵਾ ਅਗਰ ਤੁਸੀਂ USA ਵਿੱਚ ਲੀਗਲ ਤਰੀਕੇ ਨਾਲ ਕਹਿ ਲਓ ਕਿ ਇੱਕ ਵਾਰੀ ਐਂਟਰ ਕੀਤਾ ਹੈ ਤੇ ਫਿਰ ਤੁਸੀਂ
ਓਵਰਸਟੇ ਕਰ ਗਏ ਹੋ ਤੇ ਉਸ ਤੋਂ ਬਾਅਦ ਇੰਡੀਆ ਵਾਪਸ ਚਲੇ ਗਏ ਹੋ ਤੇ ਹੁਣ ਤੁਸੀਂ ਇਲੀਗਲ ਤਰੀਕੇ ਦੇ ਨਾਲ ਐਂਟਰ ਕੀਤਾ USA ਵਿੱਚ, ਹੁਣ ਤੁਸੀਂ ਕੁਆਲੀਫਾਈ ਨਹੀਂ ਕਰ ਰਹੇ ਕਿਉਂਕਿ ਤੁਹਾਡੇ ਕੋਲ I-94 ਨਹੀਂ ਹੈ ਤੇ ਤੁਸੀਂ I-130 ਦੀ ਪਟੀਸ਼ਨ ਲਾਉਣਾ ਚਾਹੁੰਦੇ ਹੋ, ਪਰ ਜੇ ਤੁਹਾਡੇ ਨਾਲ ਕੋਈ ਕ੍ਰਾਈਮ ਹੋਇਆ ਤੇ ਤੁਸੀਂ ਯੂ ਵੀਜ਼ਾ ਵਾਸਤੇ ਕੁਆਲੀਫਾਈ ਕਰਦੇ ਹੋ ਤਾਂ ਤੁਹਾਡੇ ਵਾਸਤੇ ਜ਼ਿਆਦਾ ਬੈਟਰ ਰਹੇਗੀ ਯੂ ਵੀਜ਼ਾ ਦੀ ਪਟੀਸ਼ਨ, ਕਿਉਂਕਿ ਤੁਸੀਂ ਵੇਵਰ ਲੈ ਸਕਦੇ ਹੋ। ਜਿਹੜਾ ਯੂ ਵੀਜ਼ਾ ਹੈ ਉਹ ਬਹੁਤ ਜ਼ਿਆਦਾ ਜੈਨਰਸ ਹੈ ਕੁਝ ਵੇਵਰਸ ਨੂੰ ਲੈ ਕੇ, ਕਿ ਤੁਹਾਨੂੰ ਈਜ਼ਲੀ ਵੇਵਰਸ ਮਿਲ ਜਾਂਦੇ ਨੇ ਗਵਰਨਮੈਂਟ ਦੇ ਕੋਲੋਂ ਇੱਥੇ ਰਹਿੰਦੇ ਹੋਏ। ਸੋ ਮੈਂ ਹਰਕੀਰਤ ਜਾਣ ਤੋਂ ਪਹਿਲਾਂ ਆਪਣੀ ਆਡੀਅנס ਨੂੰ ਇਹ ਕਹਿਣਾ ਚਾਹਾਂਗੀ ਕਿ ਜਦੋਂ ਵੀ ਤੁਸੀਂ ਆਪਣੇ ਕਿਸੇ ਅਟਾਰਨੀ ਦੇ ਕੋਲ ਜਾਂਦੇ ਹੋ ਤੁਸੀਂ ਜ਼ਰੂਰ ਉਹਨਾਂ ਨੂੰ ਦੱਸੋ ਕੰਸਲਟੇਸ਼ਨ ਦੇ ਵਿੱਚ ਹੀ ਕਿ ਤੁਹਾਨੂੰ ਕੀ ਪ੍ਰੋਬਲਮਸ ਨੇ, ਤਾਂ ਕਿ ਉਹ ਤੁਹਾਨੂੰ ਬੈਟਰ ਤਰੀਕੇ ਨਾਲ ਤੁਹਾਡੀਆਂ ਆਪਸ਼ਨਸ ਸਮਝਾ ਸਕਣ। ਦੂਸਰਾ ਮੈਂ ਆਪਣੀ ਆਡੀਅנס ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਪਲੀਜ਼ ਅਗਰ ਤੁਹਾਨੂੰ ਕੋਈ ਵੀ ਕੁਐਸਚਨ ਹੁੰਦਾ ਤਾਂ ਤੁਸੀਂ ਸਾਡੇ ਆਫਿਸ ਵਿੱਚ ਫੋਨ ਕਰ ਸਕਦੇ ਹੋ, ਨੰਬਰ 7186750700 ਤੇ ਹਮੇਸ਼ਾ ਮੈਂ ਆਫਿਸ ਵਿੱਚ ਅਵੇਲੇਬਲ ਨਹੀਂ ਹੁੰਦੀ, ਮੈਨੂੰ ਬਾਹਰ ਵੀ ਜਾਣਾ ਪੈਂਦਾ ਤੇ ਮੈਂ ਰੀਸੈਂਟਲੀ ਟਰੈਵਲ ਵੀ ਕਰ ਰਹੀ ਸੀ ਤੇ ਹੋ ਸਕਦਾ ਇਸ ਕਰਕੇ ਕਈ ਲੋਕਾਂ ਦੀਆਂ ਕਾਲਸ ਨਹੀਂ ਗਈਆਂ ਹੋਣਗੀਆਂ, ਬਟ ਤੁਸੀਂ ਸ਼ੱਕ ਸਾਡੇ ਆਫਿਸ ਵਿੱਚ ਕਾਲ ਕਰੋ ਤੇ ਅਸੀਂ I think Satwant, ਤੁਹਾਨੂੰ calls ਆ ਰਹੀਆਂ, you should take the calls and we have other programs to line up. ਥੈਂਕ ਯੂ ਸੋ ਮਚ ਤੁਸੀਂ ਸਾਡੇ ਨਾਲ ਜੁੜੇ। ਸੋ ਇਹ ਸੀਗੇ ਅਟਰਨੀ ਸਤਵੰਤ ਕੌਰ ਜਿਨ੍ਹਾਂ ਨੇ ਯੂ ਵੀਜ਼ਾ ਬਾਰੇ ਸਾਨੂੰ ਜਾਣਕਾਰੀ ਦਿੱਤੀ। ਤੁਸੀਂ ਉਹਨਾਂ ਨੂੰ ਸਿੱਧਾ ਕਾਲ ਕਰ ਸਕਦੇ ਹੋ ਫॉर ਦੀ ਫ੍ਰੀ ਪਰਸਨ ਕੰਸਲਟੇਸ਼ਨ। ਮਿਲਾਂਗੇ ਨੈਕਸਟ ਵੈਡਨਸਡੇ ਔਰ ਲੈ ਕੇ ਆਵਾਂਗੇ ਇसी ਪ੍ਰੋਗਰਾਮ ਨੂੰ ਲਾਅ ਮੈਟਰਸ ਵਿਦ ਅਟਰਨੀ ਸਤਵੰਤ ਕੌਰ। ਫਿਲਹਾਲ ਇੰਨਾ ਹੀ, ਧੰਨਵਾਦ, ਸਤਿ ਸ੍ਰੀ ਅਕਾਲ।